ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਹਰ ਰਾਏ ਨਾਮੋ ਕਰ ਜੋਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਬਹਾਦਰ ਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਕਰੋਂ ਤਰਾ ਪੁੰਨ ਪੁੰਨ ਸੀਸਾ ਜੀ ਪੁੰਨ ਸੀਸਾ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਏ ਸਤਨਾਮ ਵਾਹਿਗੁਰੂ ਸਾਹਿਬ ਜੀ ਚੌਪਈ ਬਾਲਾ ਅਰ ਮਰਦਾਨਾ ਦੋ ਹੈ ਤਿਆਰ ਚਲਨ ਕੋ ਸੋ ਤੂਰਨ ਗਏ ਨ ਕਰੀ ਅਵਾਰੂ ਨਗਰ ਏਮਨਾਬਾਦ ਮਜਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਪਿਆਰੇ ਸਵਾਰੀ ਸਾਧ ਸੰਗਤ ਆਪ ਜੀ ਬੜੇ ਭਾਗੇ ਜਿਨ੍ਹਾਂ ਨੇ ਸੰਸਾਰੀ ਧੰਦਿਆਂ ਨੂੰ ਪਦਾਰਥਵਾਦੀ ਮਾਹੌਲ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਕੇ ਘਰ ਦਾ ਮੋਹ ਛੱਡ ਕੇ ਗੁਰੂ ਸੰਗਤ ਦੇ ਦਰਸ਼ਨ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਦੀ ਯਾਤਰਾ ਸਫਲ ਕਰਨ ਜੋ ਆਪ ਜੀ ਨੇ ਭਾਵਨਾ ਨਾਲ ਗੁਰੂ ਅਰਜਨ ਦੇਵ ਜੋ ਪ੍ਰਤੱਖ ਰੱਬ ਜੀ ਪਾਠ ਸਾਹਿਬ ਜੀ ਕਹਿੰਦੇ ਹਨ ਧਰਤੀ ਦੇ ਉੱਤੇ ਜੇ ਕੋਈ ਰੱਬ ਆਇਆ ਤੇ ਗੁਰੂ ਅਰਜਨ ਸਾਹਿਬ ਤਰਨ ਗਗਨ ਨਭ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ ਧਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਭੱਟ ਜੀ ਕਹਿੰਦੇ ਨੇ ਕਹਿੰਦੇ ਕੋਈ ਦੁਨੀਆ ਤੇ ਐਸਾ ਜਹਾਜ਼ ਨਹੀਂ ਬਣਿਆ ਜਿਸ ਜਹਾਜ਼ ਦੇ ਵਿੱਚ ਸਾਰੀ ਸ੍ਰਿਸ਼ਟੀ ਬਹਿ ਸਕੇ ਤੇ ਭੱਟ ਸਾਹਿਬ ਜੀ ਕਹਿੰਦੇ ਇੱਕ ਜਹਾਜ਼ ਬਣਿਆ ਹੈ ਜਿਹਦੇ ਚ ਸਾਰੀ ਸ੍ਰਿਸ਼ਟੀ ਬਹਿ ਸਕਦੀ ਹੈ ਕਹਿੰਦੇ ਐਸਾ ਹੋ ਨਹੀਂ ਸਕਦਾ ਤੇ ਭਾਈ ਸਾਹਿਬ ਪਿਆਰੇ ਰੱਬ ਦੇ ਬਚਨ ਨੇ ਉਹ ਕਹਿੰਦੇ ਕਲਯੁਗ ਜਹਾਜ਼ ਅਰਜਨ ਗੁਰੂ ਇਹਨੇ ਗੁਰੂ ਅਰਜਨ ਸਾਹਿਬ ਉਹ ਜਹਾਜ਼ ਨੇ ਕਲਯੁਗ ਦੇ ਵਿੱਚ ਸਗਲ ਸ੍ਰੇਸ਼ਟ ਲੱਗ ਵੇ ਤਰੋ ਸਾਰੀ ਸ੍ਰਿਸ਼ਟੀ ਵੀ ਉਹ ਜਹਾਜ਼ ਦੇ ਵਿੱਚ ਬਹਿ ਜੇ ਤੇ ਬੰਨੇ ਲੱਗ ਜਾਂਦੀ ਸੋ ਮਹਾਰਾਜ ਨੇ ਆਪਾਂ ਨੂੰ ਟਿਕਟ ਦਿੱਤੀ ਉਸ ਜਹਾਜ਼ ਦੀ ਤੁਸੀਂ ਪਿਆਰਿਓ ਭਾਵਨਾ ਨਾਲ ਆ ਕੇ ਬੈਠੇ ਜਹਾਜ਼ 'ਚ ਕਰਮਾਂ ਵਾਲੇ ਚੜ੍ਹਦੇ ਆ ਦੂਜਿਆਂ ਜਹਾਜ਼ਾਂ 'ਤੇ ਆਪਾਂ ਕਦੀ ਚੜੇ ਤੇ ਕਦੀ ਉਤਰੇ ਅੱਧਿਓਂ ਜ਼ਿਆਦੇ ਆਪਣੇ ਚੜ੍ਹ ਕੇ ਗਏ ਬਾਹਰ ਤੁਹਾਡੇ ਨਾਲ ਗੱਲਬਾਤ ਕਰਦੇ ਹੀ ਹੋਣਗੇ
तो की कहते होणगे भी चिंता वा, काम, टेंशन आ। 10 मिनट तो वध गल नहीं करते होणगे, कहते चंगा फिर ब्रेक खत्म हो गई है। इसे तरह महाराज सच्चे पातशाह ने जहाज सानू बख्शिया ते तुसीं सारे विच सजे हो। प्रसंग बड़ा प्यारा चल रहा। राय बुलार राय भोए की तलवंडी तुहानू पाकिस्तान के दर्शन कराने हैं। 36,000 किले का मालिक है। हाथी घोड़े सोने चांदी पता ही नहीं कितना कुछ घरे पिया, पर अंदर एक भुख लगी पई है साचे नाम की। वो भुख है भी वो केड़ा वेला होवे जो गुरु नानक साहब के दर्शन हो। ते प्रेम दे नाल भाई बाला जी नूं बेनती कीती। भाई मरदाना जी महाराज एमनाबाद लालू के घर बैठे है ते दोवें सिखां नूं बिरध बापू राय बुलार किन्नी क खिच कर रहा है। कहता है कि भाई बाला मैं तेरे पैर फड़दा है, जो भी मेरे कोलों तू चाहना है मैं तेनों देन लई तैयार हाँ, पर मेरे गुरु नानक तक मेरी बेनती पहुँचा दे। हुण आपां सारे दुनियावी हैं, गुरु घरों भी दुनियावी चीज़ें मंगण आईदा ते जे महाराज ने दे दियां ते खुश हो जाने, जे ना दित्तियां ते गुस्से हो जाने। पर रूहानियत की मंजिल तय की इस महापुरख ने बेनती की। आओ सारे करिए फिर दर्शन इतिहास दे। सारे जाने कृपा करियो। हम रुलते फिरते, हम रुलते फिरते, हम रुलते फिरते, हम रुलते फिरते, कोई बात ना पूछता, कोई बात ना पूछता, कोई बात ना पूछता, कोई बात ना पूछता। हम रुलते फिरते, हम रुलते फिरते, हम रुलते फिरते, हम रुलते फिरते, कोई बात ना पूछता, कोई बात ना पूछता, कोई बात ना पूछता, कोई बात ना पूछता। हम रुलते फिरते, 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 हम रुलते फिरते। कोई बात ना पूछता, कोई बात ना पूछता, कोई बात ना पूछता, कोई बात ना पूछता। जिंदगी की सच्चाई बापू राय बुलार कितना प्यार करते गुरु नानक साहब। आपां दी किते 5 मिनट ही बही दा मारे कोई ज़्यादा नहीं कोई बहिंदा कीर्तन कथा च तुसीं पता नहीं किद्दां बह जांदे आ। तुहानूं प्यार पै गया महाराज, नहीं तो मोबाइल भावें 15 घंटे चला लो बंदा थकदा नहीं, पर जो बाणी पढ़ूगा जां संगत च बहुत थक जाता। अजे तो आपां नूं रस नहीं आया, आपां नूं दुनियावी चीज़ां की लोड़ है, कोठी गड्डी पैसा रिश्तेदार,
ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਰਾਏ ਬੁਲਾਰ ਨੇ ਆਖਿਆ, ਭਾਈ ਬਾਲੇ ਮੈਂ ਤੇਰੇ ਪੈਰ ਫੜਦਾ ਏ। ਭਾਈ ਬਾਲਾ ਕਹਿੰਦੇ, ਬਾਪੂ ਤੂੰ ਵੱਡਾ ਏ, ਇਸ ਤਰ੍ਹਾਂ ਨਾ ਕਰੋ, ਤੁਸੀਂ ਇੱਕ ਵਾਰੀ ਕਿ 7 ਵਾਰੀ ਵੀ ਆਖੋ ਤੇ ਮੈਂ ਏਮਨਾਬਾਦ ਨੂੰ ਜਾਣ ਲਈ ਤਿਆਰ ਹਾਂ। ਇਸ ਤਰ੍ਹਾਂ ਫਿਰ ਬੇਨਤੀ ਕੀਤੀ। ਕਿੰਨੀ ਖਿੱਚ ਹੋਏਗੀ ਉਸ ਰੂਹ ਦੇ ਅੰਦਰ। ਆਪਾਂ ਸਾਰੇ ਛਾਂ ਮੰਗ ਕੇ ਚੱਲ ਜਾਂਦੇ, ਉਹਨੇ ਦਰਖਤ ਹੀ ਮੰਗ ਲਿਆ। ਅਸਲ ਵਿੱਚ ਇੱਥੇ ਦੁਨੀਆ 'ਚ ਆਨੰਦ ਨਹੀਂ ਮਿਲਣਾ। ਜਿੰਨਾ ਮਰਜ਼ੀ ਬੰਦਾ ਉਹ ਅਮੀਰ, ਉਨੀ ਤ੍ਰਿਸ਼ਨਾ ਵੱਧਦੀ ਜਾਂਦੀ। ਸਾਈਕਲ ਵਾਲਾ ਸਕੂਟਰ, ਸਕੂਟਰ ਵਾਲਾ ਮੋਟਰਸਾਈਕਲ, ਮੋਟਰਸਾਈਕਲ ਵਾਲਾ ਗੱਡੀ, ਗੱਡੀ ਵਾਲਾ ਜਹਾਜ਼, ਤੇ ਜਿਹੜਾ ਜਹਾਜ਼ ਚੜ ਗਿਆ ਉਹ ਅੱਗੇ ਸਮੁੰਦਰੀ ਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰੇਮ ਬੇਨਤੀ ਵਿੱਚ ਜੁੜ ਗਿਆ। ਭਾਈ ਬਾਲਾ ਤੇ ਮਰਦਾਨਾ ਦੋਨਾਂ ਨੇ ਰਾਏ ਭੋਏ ਦੀ ਤਲਵੰਡੀ ਤੋਂ ਏਮਨਾਬਾਦ ਨੂੰ ਕੂਚ ਕਰ ਦਿੱਤਾ। ਵਾਹਿਗੁਰੂ ਸਾਹਿਬ ਜੀ ਚੌਪਈ। ਬਾਲਾ ਅਰ ਮਰਦਾਨਾ ਦੋ ਗਏ ਤੇ ਯਾਰ ਚਲਨ ਕੋ ਸੋ। ਇਹਦੇ ਸਤਿਕਾਰਯੋਗ ਸਾਰੀ ਸੰਗਤ ਆਖੋ, ਧੰਨ ਧੰਨ ਭਾਈ ਬਾਲਾ ਜੀ, ਧੰਨ ਧੰਨ ਭਾਈ ਬਾਲਾ ਜੀ, ਧੰਨ ਧੰਨ ਭਾਈ ਮਰਦਾਨਾ ਜੀ, ਧੰਨ ਧੰਨ ਭਾਈ ਮਰਦਾਨਾ ਜੀ। ਉਹ ਤਾਂ ਧੰਨ ਸੀ ਕਿਉਂਕਿ ਉਹਨਾਂ 50-60 ਸਾਲ ਗੁਰੂ ਨਾਨਕ ਦੇ ਨਾਲ ਗੁਜ਼ਾਰੇ। ਥੋੜੇ ਜਿਹੇ ਤੁਸੀਂ ਵੀ ਧੰਨ ਹੋ ਗਏ, ਥੋੜੇ ਜਿਹੇ ਤੁਹਾਡੇ ਕਰਕੇ ਅਸੀਂ ਵੀ ਧੰਨ ਆ, ਕਿਉਂਕਿ ਇਸ ਵੇਲੇ 6 ਵੱਜ ਚੁੱਕੇ ਆ। ਕੋਈ ਹਸਪਤਾਲ ਹੋਣਾ ਇਸ ਵੇਲੇ, ਕੋਈ ਕਚਹਿਰੀ ਚੋਂ ਮੁੜਿਆ ਆਉਂਦਾ, ਕੋਈ ਵਿਚਾਰਾ ਕਿਤੇ ਮਰਗ ਹੋਈ ਉੱਥੋਂ ਆ ਰਿਹਾ। ਇਹ ਘੜੀ ਜਿਹੜੀ ਬੜੀ ਕੀਮਤੀ ਆ। ਮਾਰੇ ਕਹਿੰਦੇ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਕਹਿੰਦੇ ਟਾਈਮ ਧੰਨ ਆ ਕਿ ਇਸ ਵੇਲੇ ਮੈਂ ਸੰਗਤਾਂ ਦੇ ਵਿੱਚ ਬੈਠਾ ਤੇ ਗੁਰੂ ਸਾਹਿਬ ਮੇਰੇ ਸਨਮੁਖ ਬੈਠੇ। ਸ਼ੁਕਰ ਕਰਿਆ ਕਰੋ, ਇਹ ਘੜੀ ਨਹੀਂ ਲੱਭਣੀ। ਇਸ ਕਰਕੇ ਸੁਲੱਖਣੀ ਘੜੀ। ਕਹਿੰਦੇ ਘੜੀ ਘੜੀ ਵਿੱਚ ਲੱਖਾਂ ਦਾ ਫਰਕ ਹੁੰਦਾ। ਇਸ ਜੱਗ ਤੇ ਬੇਸੁਮਾਰ ਘੜੀਆਂ, ਇੱਕ ਘੜੀ ਵਿਛੋੜਦੀ ਸੱਜਣਾ ਨੂੰ। ਕਈ ਵਿਛੜ ਗਏ ਨਾ, ਮੌਤ ਹੋ ਗਈ, ਲੱਭਣੇ ਥੋੜਾ ਮੁੜ ਕੇ, ਯਾਦਾਂ ਹੀ ਰਹਿ ਜਾਣੀਆਂ, ਫੋਟੋਆਂ ਹੀ। ਇੱਕ ਘੜੀ ਵਿਛੋੜਦੀ ਸੱਜਣਾ, ਇੱਕ ਘੜੀ ਮਿਲਾਉਂਦੀ ਯਾਰ। ਘੜੀਆਂ ਘੜੀ ਚੰਗੀ ਜਦੋਂ ਆਪਾਂ ਸਾਰੇ ਇਕੱਠੇ ਬੈਠੇ। ਸੋ ਮਹਾਰਾਜ ਕਹਿੰਦੇ ਉਹ ਸਾਰੀਆਂ ਘੜੀਆਂ ਇੱਕ ਮਿਲਦੀਆਂ ਪਾਸ, ਘੁਮਿਆਰ ਘੜੀਆਂ ਇੱਕ ਘੜੀ ਜੋ ਗੁੱਟ ਤੇ ਟਾਈਮ ਦੱਸਦੀ। ਤੋ ਇਸ ਕਰਕੇ ਐਸ ਸੁਲੱਖਣੀ ਘੜੀ ਤੋਂ ਵਾਰਦੇ ਹਾਂ, ਲੱਖ ਹਜ਼ਾਰ ਵਾਰਦੇ ਹਾਂ, ਕਿਉਂਕਿ ਇਸ ਘੜੀ ਨੇ ਮੈਨੂੰ ਗੁਰੂ ਸਾਹਿਬ ਦੇ ਕੋਲ ਲਿਆਂਦਾ ਹੈ। ਇਸ ਕਰਕੇ ਭਾਈ ਬਾਲਾ ਤੇ ਮਰਦਾਨਾ ਜੀ ਚਲਣਾ ਕਰਦੇ ਹਨ। ਤੂਰਨ ਗਏ ਨ ਕਰੀ ਅਵਾਰੋ, ਨਗਰ ਏਮਨਾਬਾਦ ਮਜਾਰੋ। ਇਸੇ ਤਰ੍ਹਾਂ ਕਹਿੰਦੇ ਦੇਰੀ ਨਹੀਂ ਕੀਤੀ, ਕਈ ਰਾਤਾਂ ਤੇ ਕਈ ਦਿਨ ਲੱਗੇ। ਤੁਰ ਕੇ ਗਏ, ਤੁਰ ਕੇ। ਆਪਾਂ ਨੂੰ ਮਹਾਰਾਜ ਦੀ ਮਿਹਰ ਆ, ਗੱਡੀਆਂ ਘਰੇ ਆ, ਸਕੂਟਰੀਆਂ, ਮੋਟਰਸਾਈਕਲ, ਕਿਰਪਾ ਸੋਹਣੀ ਪ੍ਰਸ਼ਾਦਾ ਛਕਦੇ ਆ। ਪਰ ਫਿਰ ਵੀ ਆਪਾਂ ਦਲਿੱਦਰੀ ਆ। ਤੁਸੀਂ ਭਾਗਾਂ ਵਾਲੇ ਹੋ, ਦਲਿੱਦਰ ਦੇ ਵਿੱਚੋਂ ਨਿਕਲ ਆਏ। ਸੰਸਾਰ ਦੇ ਬੰਧਨਾਂ ਚੋਂ ਨਿਕਲਣਾ ਬੜਾ ਔਖਾ। ਮਾਰੇ ਕਹਿੰਦੇ ਤਿਤ ਸਰਵਰ ਡੈ ਭਈਲੇ ਨਿਵਾਸਾ। ਇਹ ਸਰੋਵਰ ਹੈ ਇੱਕ ਸੰਸਾਰ, ਪਾਣੀ ਪਾਵਕ ਤਿਨਹਿ ਕੀਆ। ਜਿਹਦੇ ਵਿੱਚ ਕਹਿੰਦੇ ਪਾਣੀ ਰੂਪੀ ਅੱਗ ਹੈ। ਉਹਦੇ ਵਿੱਚ ਕੀ ਹੈ? ਪੰਕਜ ਮੋਹ, ਪਗ ਨਹੀਂ ਚੱਲੈ। ਮੋਹ ਦਾ ਚਿੱਕੜ ਹੈ ਜਿਹਦੇ 'ਚ ਲੱਤਾਂ ਫਸੀਆਂ ਸਾਰਿਆਂ ਦੀਆਂ, ਤੇ ਨਾ ਉਹ ਤੁਰ ਨਹੀਂ ਦਿੰਦੀਆਂ ਤੇ ਨਾ ਅੱਗੇ ਆਉਣ ਦਿੰਦੀਆਂ, ਦਲਿੱਦਰ ਪਵਾ ਛੱਡਦੀਆਂ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਵੇਲੇ। ਮਾਰੇ ਕਹਿੰਦੇ ਵੇਂਦਿਆਂ ਵੇਂਦਿਆਂ ਪਤਾ ਨਹੀਂ ਕਿੰਨੀ ਕੁ ਦੁਨੀਆ ਡੁੱਬ ਗਈ ਇਹਦੇ। ਯਾਦਾਂ ਹੀ ਰਹਿ ਗਈਆਂ, ਫਲਾਣਾ ਵੀ ਚਲੇ ਗਿਆ, ਉਹ ਵੀ ਚਲੇ ਗਿਆ, ਉਹ ਵੀ ਚਲੇ ਗਿਆ। ਮਾਰੇ ਕਹਿੰਦੇ ਸਭਨਾ ਮਰਨਾ ਆਇਆ, ਵਿਛੋੜਾ ਸਭਨਾ। ਇਸ ਕਰਕੇ ਜਦੋਂ ਪਿਆਰ ਹੋਵੇ ਕਿਸੇ ਪਿਆਰੇ ਨਾ, ਉਦੋਂ ਫਿਰ ਪੈਂਡਾ ਥੋੜਾ ਵੇਖੀਦਾ। ਕਹਿੰਦੇ ਉਹ ਨਹੀਂ ਕੱਚਿਆਂ ਦੀ ਪਰਵਾਹ ਕਰਦੇ, ਜਿਹੜੇ ਵੇਖ ਲੈਂਦੇ ਕੰਢੇ ਪਾਰਦੇ ਨੇ। ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ, ਪਹਿਲਾਂ ਮੌਤ ਦੀ ਜ਼ੁਲਫ ਸਵਾਰਦੇ ਨੇ। ਤੁਰਦੇ ਤੁਰਦੇ ਕਹਿੰਦੇ ਦਿਨੇ ਰਾਤ ਕਿੰਨਾ ਪਿਆਰ ਸੀ, ਰਸਤੇ 'ਚ ਕਿਤੇ ਨਹੀਂ ਰੁਕੇ। ਸਾਰੀ ਰਾਤ ਵੀ ਤੁਰੇ ਜਾਣਾ ਤੇ ਦਿਨੇ ਵੀ ਤੁਰੇ ਜਾਣਾ। ਤੁਰਦੇ ਤੁਰਦੇ ਨਗਰ ਏਮਨਾਬਾਦ ਮਝਾਰੂ, ਏਮਨਾਬਾਦ ਦੀ ਧਰਤੀ ਤੇ ਪਹੁੰਚ ਗਏ। ਜਹ ਵੈਸੇ ਅਗ ਉਗਨ ਕੰਦਨ, ਜਾਏ ਕਰੀ ਜੁਗ ਪਦ ਪਰ ਬੰਦਨ। ਇੱਧਰ ਮਾਰੇ ਸੱਚੇ ਪਾਤਸ਼ਾਹ ਸੰਗਤ ਜੀ ਧਿਆਨ ਦੇਣਾ, ਬਸ ਨੰਦ ਲੈਣਾ ਸੁਰਤੀ ਦਾ, ਇੱਧਰ ਉੱਧਰ ਨਾ ਵੇਖੀ ਜਾਇਓ। ਕਹਿੰਦੇ ਮਹਾਰਾਜ ਦਾ ਚੌਂਕੜਾ ਲੱਗਾ ਹੋਇਆ ਹੈ,
ਇਹ ਤੁਸੀਂ ਵੀ ਭਾਗਾਂ ਵਾਲੇ ਹੋ, ਬਾਹਰ ਸੰਗਤਾਂ ਬੈਠੀਆਂ, ਗਰਮੀ ਬਹੁਤ ਹੈ, ਫਿਰ ਵੀ ਧੰਤਾ ਦੇ ਯੋਗ ਹੋ, ਮਾਫ ਕਰਿਓ। ਇਹ ਜਿੰਨੀ ਤਪੱਸਿਆ ਕਰੋਗੇ ਨਾ ਤਾਪ ਆ ਤੁਹਾਡਾ, ਜਿੰਨਾ ਸੰਗਤ ਵਿੱਚ ਆਪਣੇ ਆਪ ਨੂੰ ਬਿਠਾਓਗੇ ਤੰਗੀ ਦੇ ਕੇ, ਓਨਾ ਹੀ ਮਾਰੇ ਸੁੱਖ ਦੇਣਗੇ। ਕਹਿੰਦੇ ਸੁਨਿਆਰੇ ਕੋ ਬਈਏ ਤੇ ਸੋਨਾ ਮਿਲਦਾ, ਦਰਜੀ ਕੋਲ ਜਾਈਏ ਕੱਪੜੇ ਮਿਲਦੇ ਐ, ਡਾਕਟਰ ਕੋ ਜਾਈਏ ਦਵਾਈ ਮਿਲਦੀ, ਹਲਵਾਈ ਕੋ ਜਾਈਏ, ਗੁਰੂ ਦੀ ਸੰਗਤ ਵਿੱਚ ਬਹਿ ਜਾ, ਇੱਥੇ ਵਧਾਈ ਮਿਲਦੀ ਹੈ, ਖੁਸ਼ੀਆਂ ਮਿਲਦੀਆਂ ਨੇ। ਮਹਾਰਾਜ ਦੇ ਘਰੋਂ ਲੱਖ ਖੁਸ਼ੀਆਂ, ਜੇ ਉਹਦੀ ਨਜ਼ਰ ਹੋ ਜੇ ਤਾਂ। ਤੋ ਮਹਾਰਾਜ ਜੀ ਬੈਠੇ ਆਸਣ ਲਾ ਕੇ, ਤੇ ਭਾਈ ਬਾਲਾ ਮਰਦਾਨਾ ਨੇ ਮਹਾਰਾਜ ਦੇ ਚਰਨਾਂ ਤੇ ਜਾ ਕੇ ਨਮਸਕਾਰ। ਤੁਸੀਂ ਵੀ ਜਦੋਂ ਮੱਥਾ ਟੇਕਦੇ ਹੁੰਦੇ ਨਾ, ਕਾਲੀ ਨਾ ਕਰਿਆ ਕਰੋ, ਬਿਲਕੁਲ ਪਿਆਰ ਨਾਲ ਇਦਾਂ ਖੜੇ ਹੋ ਕੇ ਹੱਥ ਜੋੜ ਕੇ ਨਾ ਇਹ ਵੇਖਿਆ ਕਰੋ ਕਿ ਮਹਾਰਾਜ ਤਖਤ ਤੇ ਬੈਠੇ ਆ, ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਫਿਰ ਤੁਹਾਡਾ ਮੱਥਾ ਟੇਕਣ ਦਾ ਆਨੰਦ ਹੀ। ਹੁਣ ਆਪਾਂ ਤਕਰੀਬਨ ਹੀ ਮੱਥਾ ਟੇਕਦੇ ਆ, ਤੇ ਆਪਾਂ ਨੂੰ ਹੁੰਦਾ ਵੀ ਪਹਿਲੋਂ ਇੱਧਰ ਵੇਖੀਦਾ ਬੀਬੀਆਂ ਵੱਲ, ਫਿਰ ਭਾਈਆਂ ਵਾਲੇ। ਆਮ ਹੀ ਜਦੋਂ ਮੱਥਾ ਬੰਦਾ ਟੇਕਦਾ ਨਾ, ਫਿਰ ਆਪਣੇ ਕੱਪੜਿਆਂ ਲਈ ਵੇਖਦਾ ਵੀ ਕੋਈ ਮੈਨੂੰ ਵੇਖ ਰਿਹਾ। ਆਪਾਂ ਆਹ ਫੀਲਿੰਗ ਲੈ ਕੇ ਮੱਥਾ ਟੇਕਦੇ ਆ ਤਕਰੀਬਨ ਹੀ ਸਾਰੇ ਜਾਣੇ। ਪਹਿਲਾਂ ਕੱਪੜੇ ਸੈੱਟ ਕਰੀਦੇ ਆਪਣੇ, ਫਿਰ ਬੰਦਾ ਇੱਦਾਂ ਹੱਥ ਜੋੜੇ ਹੁੰਦੇ, ਤੇ ਉਹ ਕਹਿੰਦਾ ਵੀ ਸਾਰੇ ਮੇਰੇ ਵੱਲ ਵੇਖ। ਉਹ ਉਨੀ ਕੁ ਚੀਜ਼ 'ਚ ਆਪਾਂ ਰਹੀਦਾ। ਕਦੇ ਨਾ ਵੇਖਿਆ ਕਰੋ, ਇਹ ਵੇਖਿਆ ਕਰੋ ਵੀ ਸਭ ਆਨੰਦ ਲੈ ਰਹੇ, ਤੇ ਮੇਰਾ ਗੁਰੂ ਬੈਠਾ ਵਾ, ਤੇ ਇਸ ਵੇਲੇ ਮੈਂ ਗੁਰੂ ਦੇ ਸਾਹਮਣੇ ਆਇਆ। ਤੇ ਵੇਖਿਓ ਅੰਦਰ ਦੀ ਅਵਸਥਾ ਹਾਜ਼ਰ ਸਮਝ ਕੇ, ਉਹ ਆਨੰਦ ਹੀ ਵੱਖਰਾ ਆਵੇਗਾ ਵੀ ਮਹਾਰਾਜ ਸ਼ੁਕਰ ਤੇਰਾ, ਤੂੰ ਗਰੀਬ ਨੂੰ ਅੱਜ ਆਪਦੇ ਸਨਮੁਖ ਬਿਠਾਇਆ। ਜੇ ਕੋ ਸਿੱਖ ਗੁਰੂ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ। ਇੱਥੇ ਆਪਣਾ ਪਿਆਰ ਵਸਾ ਲਿਓ। ਫਿਰ ਮਹਾਰਾਜ ਕਹਿੰਦੇ ਜੋ ਵੀ ਮੰਗੋਗੇ ਦੇਊਗਾ। ਜੋ ਜਨ ਤੁਮਰੀ ਭਗਤ ਕਰਨ ਤੇ ਫਿਰ ਕੇ ਕਾਜ ਸਵਾਰਤਾ। ਫਿਰ ਸਵਾਰੂਗਾ ਕਾਜ। ਅਸੀਂ ਮਹਾਰਾਜ ਦੀ ਤਾਂ ਸੁਣਦੇ ਨਹੀਂ, 5 ਮਿੰਟ ਵੀ ਆਪਣੀਆਂ ਸੁਣਾਈ ਜਾਂਦੇ ਆ। ਤੋ ਇਸ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ, ਸਿਜਦਾ ਕੀਤਾ। ਚਿਤ ਮਹਿ ਚਿਤ ਨਿਤ ਕਰਤਾਰੇ, ਬੂਝੀ ਕੁਸ਼ਲ ਛੇਮ ਸਤਿਕਾਰੇ। ਤੋ ਵਾਹ, ਕੱਢ ਕੱਢ ਕੇ ਅੰਤਰ ਕੀ ਜਾਣਤ। ਮੇਰੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਰੇ ਪੜ੍ਹਿਓ। ਜਾਣੀ ਜਾਣ ਦਿਲਾਂ ਦੀਆਂ ਜਾਣ ਗਏ, ਜਾਣੀ ਦਿਲਾਂ ਦੀਆਂ ਜਾਣ ਗਏ। ਬਿਨ ਨਵਜੋ ਰੋਗ ਪਛਾਣ ਦੇ, ਜਾਣੀ ਜਾਣ ਦਿਲਾਂ ਜਾਣ ਦੇ। ਬਿਨਾ ਨਵਜੋ ਰੋਗ ਪਛਾਣ ਦੇ, ਜਾਣੀ ਜਾਣ ਦਿਲਾਂ ਦੀਆਂ ਜਾਣ ਦੇ। ਜਾਣੀ ਜਾਣ ਦਿਲਾਂ ਦੀਆਂ ਜਾਣ ਦੇ। ਭਾਗਾਂ ਵਾਲਿਓ ਧਿਆਨ ਦਿਓ, ਜਿੰਨੇ ਤੁਸੀਂ ਬੈਠੇ ਨਾ, ਕਿਸੇ ਨੂੰ ਦੁੱਧ ਚਾਹੀਦਾ, ਕਿਸੇ ਨੂੰ ਪੁੱਤ, ਕਿਸੇ ਨੂੰ ਤੰਦਰੁਸਤੀ, ਕਿਸੇ ਨੂੰ ਵੀਜ਼ਾ, ਸਾਰੇ ਆਪਾਂ, ਮੈਂ ਵੀ ਵਿੱਚ ਹੀ ਆ ਤੁਹਾਡੇ, ਆਪਾਂ ਸਾਰੇ ਭੁੱਖੇ ਆ। ਸਾਰੇ ਪੜੋ ਜੀ। ਹਮ ਭੀਖਕ ਭੇਖਾਰੀ ਤੇਰੇ, 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 ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭੇਖਾਰੀ ਤੇਰੇ। ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ। ਸਾਰੇ ਆਪਾਂ ਭਿਖਾਰੀ ਆ। ਮੈਂ ਕਮਰੇ 'ਚ ਸੋਚ ਰਿਹਾ ਸੀ ਹੱਸ ਕੇ ਵੀ ਮਹੀਨੇ ਦੇ ਕਿੰਨੇ ਦਿਨ ਹੁੰਦੇ, 30 ਦਿਨ ਨਾ। ਤੇ ਪਿਛਲੇ ਮਹੀਨੇ 25 ਜਾਣੇ ਵਿਦੇਸ਼ ਗਏ। ਅੱਜ ਜਿੰਨੀ ਸੰਗਤ ਬਹਿੰਦੀ ਇਹਨਾਂ ਚੋਂ 25 ਜਾਣੇ ਮੈਂ ਗਿਣੇ ਜਿਹੜੇ ਵਿਦੇਸ਼ ਚਲੇ ਗਏ ਪਿਛਲੇ ਮਹੀਨੇ। ਤੇ 25 ਗਏ ਤੇ 50 ਹੋਰ ਜੁੜ ਗਏ। ਆਖੋ ਵੈਸ਼ਨੂ ਦੱਦਾ ਦਾਤਾ ਬੜਾ ਬੇਅੰਤ ਹੈ ਵੀ ਮਾਲਕ। ਸੇਵਾ ਮੰਗਦਾ ਥੋੜੀ ਜੀ, ਜੋ ਮੰਗੇ ਠਾਕੁਰ ਆਪਣਾ ਦੇ। ਤੋ
तो महाराज सब दियां झोलियां भरे, जो किसी नूं चाहिदा, पर सेवा करो, सिमरन करो, ये मुड़दा कोई नहीं इस करो। तो इस करके महाराज सच्चे पातशाह मुड़न दिंदे। हुण राए बुलार कित्थे बैठा जी, कित्थे बैठा? राए भोए दी ते महाराज कित्थे आ? ते हैरानी दी गल, गुरु की होया सिखा तू तुरिया घरों ते तेरे गुरु नूं पता ना लगे? ये वो सियाणा नहीं जिन्हों आपां कीता बाबा जी हत्थ वेखो, बाबा जी मेरा मस्तक पढ़ो, इनू सब कुछ पहले ही पता। वो हत्थ हुत्थ वेखण वाले जेड़े ना, वो परवाना साहब की किताब आ, बईए पढ़िया पास हो। कहंदे एक पखंडी गया किसी के घरे, तो बीबी बेचारी भोली सी, तो उन्होंने कहंदा तुहाडे घर 66 सती है। तो वो डर गई, कहंदे वो की हुंदी? कहंदे जानी हफ्ते च कोई मरूगा। बीबी तो 2 फुट बुड़की, कहंदी बाबा जी करो किरपा, कहंदे पा हो जू, सिर दा सिर देना पैना। वो कहंदे भी वो केड़ा माई दा लाल जेड़ा सिर दऊगा ये मेरी थां ते? कहंदे सिर दा सिर जानी नारियल पानी च पावांगा मैं, ते वो मैनू तुसी माया दे दिओ जां नारियल। बीबी कहंदी मैं कीता कदों शहर जाना, ते बाबा जी तुसीं मेरे सिर दा भला कर दिओ। उन्हें नारियल दिता, कहंदे फिर 2 सूट, मां दी दाल 2 किलो देसी घ्यो, ते 3100 रुपया मंगया। कहंदे इन्ने ते मेरे को लैनी है, ते मैं पा ला के 700-800 घर दे तो चोरी रखिया। मैं कहना माफ़ करियो, लहू निचोड़ता इन्हां लोकां ने तुहाडा। मैं खुद बहुत धक्के खाधे आ, अज पता लगा बापू वर्गा कोई घर नहीं, जिथे मर्जी भज लो। तो वह परवाना साहब की किताब, तो कहते भी जो बाहर निकलिया तो उन्हें डब्बे फड़े समान, ते चेहरा लाल। वो जोड़ा बेचारा जिमींदार सवेर का हल वाहुंदे बलदां नाल, ते गिट्टियां तक वो चिक्कड़, बेचारे का मूँह सुक्का, प्रशादा भी सवेर का खादा नहीं। सिर ते चरी की पंड है, बलद बन्ने पंड रखी। कहंदा बाबा जी किधरों जा रहे हैं? बड़ी तेजी, रुक जाओ। कहंदे बच्चा तेरे घर 66 सती दूर करती है। कहंदा आ जाओ फिर मेरी भी दशना ले जाओ। जो हथ च वेख्या देसी घ्यो ते दालां ते कपड़े, कहंदा मैं सवेर की रोटी नहीं खाधी, तू फरीज ही लै चलिया। ते घर वाली भी सद ली, वो डरी जावे। कहंदे भी की होया अपने घर च? बहुते बाजोगे सुन के कथा लाइव चलदा है। वो कहंदा तुहाडे घर ना 66 सती आ, कोई कीते किराए का चक्कर, तुहाडा नुकसान होना है। कहंदे बाबा जी तुहानू किदां पता लगा? कहंदे भी मैं शब्द पढ़े आ, सिद्धियां कीतियां वा, असीं लोकां दे भला करदे आ। कहंदा 2 मिनट बह जी। जिथे बलद बन्ने सी उथों प्रैणी लिया, प्रैणी लिया के कहंदे जी बच्चा ये की कर लगे? कहंदे भी तेरियां सिद्धियां रिधियां ने ये नहीं दसिया तैनूं अज कि अज पूरे 5:05 ते तैनूं प्रैणी फिरनी है? चंगी रीझ नाल लत्तां छांगियां ओदियां, सारे डब्बे डुब्बे रखाए, सब कुछ है। नारियल आप तोड़ के छकिया, ते पानी पी के नारियल दा जिमींदार ने मोछां ते हत्थ मार के कहंदा नानक नाम चढ़दी कला है। वो हत्थ जोड़े उन्हें बन लिया रस्से ना, कहंदा वो नकम्मेओ, तुहानू अपने आप का तो पता नहीं, गरीबां लोकां दा रोल आंदा है। भोले भाली दुनिया नूं वक्त पाया। कहंदा जी साडा रोटी पानी चलदा। वो कहंदा भी तैनूं आपदा ते पता नहीं भी अज प्रैणी फिरनी ते मैं निकल जावां, भी जाम आउंदे आ। तो एक साध संगत सच है, गुरु नानक की वडियाई है। मेरे पातशाह पूरे है ना, ये अधूरियां दियां कथा वा। हुण राए बुलार बैठा राए भोए दी तलवंडी, ये महाराज बैठे इमनाबाद, ते अजे मरदाना ते बाला जाके फतेह बुलाई आ। हजे गलबात शुरू होनी, तो महाराज ने पैंदे ही कहता, कहंदे मरदाना बापू राए का की हाल आ? मैं कल भी अर्ज की सी, तुसी एक पैर गुरु घर नूं कड्डो ते गुरु करोड़ां कदम अगे हुंदा। जे चरण शरण गुर एक पैंडा, सतगुर कोट पैंडा। ये ना सोचो भी बाबा नहीं मिलिया, सेवादार नहीं मिलिया, अरदासिया नहीं मिलिया, वो गुरु तो मिलिया ही है। गुरु मिलिया ही तेनू, सेवा करया कर। वाहिगुरु 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 वाहिगुरु
ਆਨੰਦਪੁਰ ਸਾਹਿਬ ਸਜੇ। ਇੱਕ ਸਿੱਖ ਨੇ ਪੁੱਛਿਆ, ਬਾਪੂ ਜਦੋਂ ਤੇਰੀ ਖੁਸ਼ੀ ਹੋਵੇ ਸਿੱਖਾਂ ਤੇ ਕਿੱਦਾਂ ਪਤਾ ਲੱਗੇ? ਕਲਗੀਧਰ ਕਹਿੰਦੇ, ਮੇਰਾ ਬਾਣੀ ਬਾਣੇ ਵਾਲਾ ਸਿੱਖ ਤੈਨੂੰ ਮਿਲ ਪਏ ਨਾ, ਸਮਝ ਲਈ ਮੇਰੀ ਤੇਰੇ ਤੇ। ਕਹਿੰਦੇ ਮਹਾਰਾਜ ਥੋੜੀ ਜਿਹੀ ਵੱਧ ਖੁਸ਼ੀ ਹੋਵੇ? ਕਹਿੰਦੇ ਫਿਰ 2 ਸਿੰਘ ਮਿਲ ਪੈਣਗੇ। ਇੱਕ ਕਹਿੰਦਾ ਮਹਾਰਾਜ ਜੇ ਸੰਪੂਰਨੀ ਖੁਸ਼ੀ ਹੋਵੇ, ਮਹਾਰਾਜ ਕਹਿੰਦੇ ਫਿਰ 5 ਦਾ ਦਰਸ਼ਨ ਹੋਵੇ। ਇੱਕ ਕਹਿੰਦਾ ਮਹਾਰਾਜ ਜੇ ਪੂਰੀ ਦੀ ਪੂਰੀ 100% ਹੀ ਖੁਸ਼ੀ ਦੇ ਦੇ, ਫਿਰ ਕੀ ਪਤਾ ਲੱਗੇ? ਮਹਾਰਾਜ ਚੁੱਪ ਕਰ ਗਏ ਕੋਈ ਸਮਾਂ। ਫਿਰ ਮਹਾਰਾਜ ਨੂੰ ਕਹਿੰਦੇ ਤੁਸੀਂ ਬੋਲੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਸਵਾਲ ਇਦਾਂ ਦਾ ਕੀਤਾ ਜਿਹਦਾ ਜਵਾਬ ਤੇਰੇ ਕੋਲ ਖੁਦ ਆ। ਕਹਿੰਦੇ ਜੀ ਮੇਰੇ ਕੋਲ ਕਿੱਦਾਂ ਹੈ? ਮਹਾਰਾਜ ਕਹਿੰਦੇ ਤੂੰ ਕਿੱਥੇ ਬੈਠਾ ਇਸ ਵੇਲੇ? ਕਹਿੰਦੇ ਜੀ ਤੁਹਾਡੇ ਚਰਨਾਂ 'ਚ। ਕਹਿੰਦੇ ਕਿਹਦੇ ਨਾਲ ਹੋ ਕੇ ਬੈਠਾ? ਕਹਿੰਦੇ ਸੰਗਤ ਦੇ ਵਿੱਚ ਬੈਠਾ। ਮਹਾਰਾਜ ਕਹਿੰਦੇ ਫਿਰ ਜਵਾਬ ਮਿਲ ਗਿਆ। ਕਹਿੰਦੇ ਸਮਝ ਨਹੀਂ ਆਈ। ਮਹਾਰਾਜ ਕਹਿੰਦੇ ਜਦੋਂ ਮੇਰੀ ਪੂਰੀ ਖੁਸ਼ੀ ਹੋਵੇ ਉਦੋਂ ਮੈਂ ਤੇਰੇ ਕੋਲ ਤੇ ਸੰਗਤ ਤੇਰੇ ਨਾਲ ਹੋਵੇਗੀ। ਵੱਡੇ ਭਾਗਾਂ ਨਾਲ ਸੰਗਤ ਮਿਲਦੀ ਹੈ। ਇਹਨੂੰ ਐਵੇਂ ਨਾ ਸਮਝ ਲਿਓ। ਬਾਬਾ ਅਤਰ ਸਿੰਘ ਜੀ ਮਹਾਂਪੁਰਖ ਕਹਿੰਦੇ ਜੇ 5 ਮਿੰਟ ਸੰਗਤ ਵਿੱਚ ਬੈਠਾ ਨਾ, 5 ਘੰਟੇ ਹਸਪਤਾਲ ਦਿਆਂ ਤੇ ਕਾਂਟਾ ਵੱਜਦਾ ਕੁਸਾ। ਅੱਜ ਦੁਨੀਆ ਹੁਣ ਜਿਹੜੇ ਸਾਡੇ ਦਾਦੇ ਬਾਬੇ ਸੱਚ ਦੱਸਿਓ, ਉਦੋਂ 25 ਪਿੰਡਾਂ 'ਚ ਇੱਕ ਵੈਦ ਹੁੰਦਾ ਸੀ। ਬਾਪੂਆਂ ਨੇ ਵੇਖਿਆ ਨਾ, ਅੱਜ ਪਿੰਡ ਦੇ ਵਿੱਚ 50 ਘਰ ਆ ਤੇ 25 ਡਾਕਟਰ ਆ ਤੇ ਦੁਕਾਨਾਂ ਭਰੀਆਂ ਪਈਆਂ ਕਿ ਨਹੀਂ। ਜਲੰਧਰ ਦੇ ਵਿੱਚ ਤਕਰੀਬਨ ਮੇਰੇ ਖਿਆਲ 1500-1600 ਹਸਪਤਾਲ ਹੋਊਗਾ, ਛੋਟਾ ਵੱਡਾ। ਤੇ ਜਿਹੜੇ ਮਰਜ਼ੀ ਹਸਪਤਾਲ ਚੱਲ ਜਾਓ ਤੁਹਾਨੂੰ ਕੁਰਸੀ ਨਹੀਂ ਲੱਭਣੀ। ਤੇ ਗੁਰਦੁਆਰੇ ਜਿਹੜੇ ਮਰਜ਼ੀ ਚੱਲ ਜਾਓ ਵਿਹਲੇ ਪਏ। ਇਹ ਨੋਟ ਕਰ ਲਿਓ। ਆ ਤੁਹਾਡੀਆਂ ਬਖਸ਼ਿਸ਼ਾਂ ਹੀ ਆ, ਸੰਗਤਾਂ ਦਾ ਹਾੜ ਆਇਆ, ਤੁਸੀਂ ਬੈਠੇ ਹੋ ਪਿਆਰ ਕਰਦੇ ਹੋ। ਮਹਾਰਾਜ ਕਹਿੰਦੇ ਜਦੋਂ ਗੁਰੂ ਕੋਲੋਂ ਉੱਠਣਾ ਸ਼ੁਰੂ ਹੋ ਜਾਏਗਾ ਤੇ ਹਸਪਤਾਲ ਭਰਨਾ ਸ਼ੁਰੂ ਹੋ ਜਾਣਾ। ਇਹ ਮਹਾਂਪੁਰਖਾਂ ਦੇ ਵਜਨ ਸੀ ਵੀ ਪਹਿਲਾਂ ਬਿਮਾਰੀ ਹੁੰਦੀ ਕਿਉਂ ਨਹੀਂ ਸੀ? ਕਿਉਂਕਿ ਸੰਗਤ ਗੁਰੂ ਦਾ ਪੱਲਾ ਨਹੀਂ ਸੀ ਛੱਡਦੀ। ਤੇ ਅੱਜ ਗੁਰੂ ਕੋਲ ਬਹਿੰਦਾ ਕੋਈ ਨਹੀਂ। ਘਰੇ ਵੀ ਖੰਡ ਪਾਠ ਚੱਲਦਾ, ਭੱਜ ਕੇ ਬਾਹਰ ਨੂੰ ਆਉਂਦੇ ਹੀ ਬਾਪੂ ਭਾਇਆ ਹੁੰਦਾ ਵਿਚਾਰਾ, ਉਹਨੂੰ ਕਿਤੇ ਧੂਫਾਂ ਲਾਈ ਜਾ। ਉਹ ਵੀ ਕਹਿੰਦਾ ਬਾਬਾ ਜੀ ਉੱਚੀ ਸੁਣਾਓ, ਮੈਨੂੰ ਸੁਣਦਾ ਨਹੀਂ। ਮੈਂ ਕਿਹਾ ਜਦੋਂ ਸੁਣਦਾ ਸੀ ਉਦੋਂ ਕਿਹੜਾ ਤੂੰ ਸੁਣਿਆ? ਹੁਣ ਤੇ ਤੇਰੇ ਕੰਨ ਬੋਲੇ ਹੋ ਗਏ ਤੇ ਮੈਂ ਕਿਹੜਾ ਗਈਆਂ ਬਦਾਮ ਖਾਧੇ ਵੀ ਲਾਗੇ। ਉਹ ਕਹਿੰਦਾ ਉੱਚੀ ਸੁਣਾ ਬਾਬਾ। ਮੈਂ ਕਿਹਾ ਉੱਚੀ ਸੁਣਾਦਾ, ਹੋਰ ਕਿੱਦਾਂ ਸੁਣਾਦਾ? ਵੀ ਤੇਰੇ ਕੰਨਾਂ ਦੇ ਪਰਦੇ ਗਏ ਆ। ਜਦੋਂ ਟਾਈਮ ਸੀ ਨਾ ਉਦੋਂ ਤੂੰ ਫਿਲਮਾਂ ਵੇਖਦਾ ਰਿਹਾ ਹੈ, ਬਾਜ਼ਾਰਾਂ 'ਚ ਘੁੰਮਦਾ ਰਿਹਾ, ਕਦੇ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ। ਹੁਣ ਤੇਰੀਆਂ ਲੱਤਾਂ ਜਵਾਬ ਦੇ ਗਈਆਂ, ਕੰਨ ਹੁਣ ਤੈਨੂੰ ਮੈਂ ਪਾਠ ਕੀ ਸੁਣਾਵਾਂ? ਹੁਣ ਨਹੀਂ ਸੁਣਿਆ ਜਾਣਾ। ਗੁਰੂ ਗ੍ਰੰਥ ਸਾਹਿਬ ਨੇ ਕਹਿਤਾ ਨੈਣੋ ਨੀਰ ਬਹਿ ਤਨਖੀਨਾ ਭਏ ਕੇਸ ਦੁੱਧ, ਰੂਹ ਦਾ ਕੰਠ ਸ਼ਬਦ ਨਹੀਂ ਉਚਰੈ। ਸਤਿਗੁਰੂ ਜਾਣਦੇ ਪਿਆਰਿਓ। ਅਜੇ ਬੈਠੇ ਹੀ ਆ ਤੇ ਮਹਾਰਾਜ ਬੈਠਿਆਂ ਸਾਰ ਕਹਿੰਦੇ ਮੇਰੇ ਬਾਪੂ ਦਾ ਕੀ ਹਾਲ ਹੈ? ਮਾਂ ਪਿਓ ਦਾ ਨਹੀਂ ਪੁੱਛਿਆ, ਰਿਸ਼ਤੇਦਾਰਾਂ ਦਾ ਨਹੀਂ ਪੁੱਛਿਆ, ਆਪਣੇ ਪਿਆਰੇ ਦਾ। ਪਿਆਰ ਕਰਕੇ ਵੇਖੀ ਜਦੋਂ ਭਾਈ ਪਾਰੋ ਜੀ ਪਰਮਹੰਸ, ਇਹ ਪੂਰੇ ਵਰਲਡ ਦੇ ਵਿੱਚ ਪਹਿਲਾ ਸਥਾਨ ਆ ਜਿੱਥੇ ਤੁਸੀਂ ਬੈਠੇ ਆ ਪਿਆਰਿਓ, ਜਿੱਥੇ 72 ਬ੍ਰਹਮ ਗਿਆਨੀ ਹੋਏ। ਡੱਲੇ ਨਗਰ 'ਚ 72 ਬ੍ਰਹਮ ਗਿਆਨੀ ਤੇ 72 ਦੀ ਭਾਈ ਗੁਰਦਾਸ ਦੀ ਵਾਰ 15ਵੀਂ 16ਵੀਂ ਪੌੜੀ ਦੀ ਉਹਦੇ ਵਿੱਚ ਦੱਸਿਆ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਅਮਰਦਾਸ ਰੋਜ਼ ਗੋਇੰਦਵਾਲ ਲੰਘ ਕੇ ਜਾਂਦੇ ਸੀ, ਤੁਰ ਕੇ ਜਾਂਦੇ ਸੀ। ਅੱਜ ਤੇ ਮਹਾਰਾਜ ਦੀ ਮਿਹਰ ਸਭ ਕੁਝ ਕੋਲੇ ਘਰੇ ਵਿਹਲੇ ਆ। ਅੱਗੇ ਹੱਥੀਂ ਲੋਕੀ ਕੰਮ ਕਰਦੇ, ਹੁਣ ਤੇ ਕੰਮ ਵਾਲੀ ਵੀ ਰੱਖੀ ਆ, ਕੱਪੜੇ ਧੋਣ ਨੂੰ ਮਸ਼ੀਨ ਰੱਖੀ ਆ, ਸਾਰਾ ਕੁਝ ਕੋਲੇ। ਹੁਣ ਤੇ ਐਵੇਂ ਬਹਾਨੇ ਹੀ ਆ ਵੀ ਮੇਰਾ ਟਾਈਮ ਨਹੀਂ ਲੱਗਦਾ। ਕੋਈ ਸਤਨਾਮ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਭਾਈ ਪਾਰੋ ਜੀ ਪਰਮਹੰਸ ਨੂੰ ਸ਼ਾਹ ਅੱਲਾ ਯਾਰ, ਕਈ ਵਾਰੀ ਤੁਸੀਂ ਕਥਾ ਸੁਣੀ ਹੈ, ਕਹਿੰਦਾ ਸਿੱਖਾ ਤੇਰੇ ਚਿਹਰੇ ਦਾ ਨੂਰ ਬੜਾ, ਜਦੋਂ ਤੂੰ ਮੇਰੇ ਕੋਲੋਂ ਲੰਘਦਾ ਤੇ ਮੇਰਾ ਜੀ ਕਰਦਾ ਮੈਂ ਤੇਰੇ ਨਾਲ ਹੀ ਚੱਲ ਜਾ। ਧੰਨ 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 ਜਨ ਆਇਆ ਜਿਸ ਜਨ ਆਵਣ ਕਾ ਜਨ ਕੈ ਸੰਗ। ਬਾਬਾ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ 'ਚ ਕਹਿੰਦਾ ਪੁੱਤਰੋ, ਜਿੱਦਣ ਤੁਹਾਡੇ ਕੋਲ ਬੈਠਿਆਂ, ਤੁਹਾਡੇ ਕੋਲ ਖੜੋਤਿਆਂ, ਤੁਹਾਡੇ ਕੋਲ ਤੁਰਦਿਆਂ ਕਿਸੇ ਨੂੰ ਵਾਹਿਗੁਰੂ ਦੀ ਮਹਿਕ ਆਈ, ਉਦਣ ਤੁਹਾਡਾ ਆਇਆ ਸਫਲ। ਅਜੇ ਸਾਡੇ ਕੋਲੋਂ ਨਿੰਦਿਆ ਦੀ ਬਦਬੂ ਆ ਰਹੀ, ਚੁਗਲੀਆਂ ਦੀ, ਕ੍ਰੋਧ ਦੀ, ਈਰਖਾ, ਸਾੜਨਾ ਭਰੇ ਪਏ। ਇਹ ਛੱਡ ਦਿਓ। ਕੌਣ? ਬਾਬੇ ਫਰੀਦ ਨੇ ਆਖਿਆ ਨਾ ਗੁੱਸਾ ਮਨ ਨਾ ਹੰਢਾਏ।
ਤੇ ਤੁਸੀਂ ਤੇ 5-5 ਸਾਲ ਪੁਰਾਣਾ ਗੁੱਸਾ ਵੀ ਲਈ ਫਿਰਦੇ, ਛੱਡਦੇ ਕਿਉਂ ਨਹੀਂ ਜੇ? ਛੱਡ ਦਿਓ ਇਹਨੂੰ। ਤੋ ਇਸ ਕਰਕੇ ਮਾਰੇ ਕਹਿੰਦੇ ਮੇਰੇ ਸਿੱਖ ਦੇ ਵਿੱਚ ਇੰਨੀ ਕੁ ਰੰਗਤ ਹੋਵੇ ਵੀ ਉਹਦੇ ਕੋਲੇ ਕੋਈ ਨੰਗੇ ਤੇ ਉਹਨੂੰ ਕਵੇ ਮੈਨੂੰ ਵੀ ਨਾਲ ਲੈ ਜਾ। ਤੇ ਅਸੀਂ ਤੇ ਅੰਮ੍ਰਿਤ ਛਕ ਕੇ ਇੰਨਾ ਕੁ ਹੰਕਾਰ ਕਰ ਲੈਂਦੇ ਵੀ ਜਿਹੜਾ ਲਾਗੇ ਆਉਂਦਾ ਉਹ ਵੀ ਭਜਾ ਦਿੰਦੇ ਆ, ਦਬਕੇ ਹੀ ਨੇ ਮਾਰ ਦਿੰਦੇ ਹੈ। ਇਹ ਸਿੱਖੀ ਥੋੜਾ ਹੰਕਾਰ। ਮਾਰੇ ਕਹਿੰਦੇ ਤੂੰ ਇਦਾਂ ਦਾ ਹੋਵੇ ਵੀ ਤੈਨੂੰ ਲੋਕੀ ਮਿੰਨਤਾਂ ਕਰਨ ਵੀ ਆ ਜਾ ਸਾਡੇ ਨਾਲ ਚੱਲ। ਤੇ ਭਾਈ ਪਾਰੋ ਦੇ ਕੋਲੋਂ ਮਹਿਕ ਆਈ ਕਿਉਂਕਿ ਫੁੱਲ ਖਿੜਿਆ ਸੀ। ਤੇ ਸ਼ਾਹ ਅੱਲਾ ਯਾਰ ਕਹਿੰਦਾ ਸਿੱਖਾ ਤੇਰਾ ਕੁੜਤਾ ਵੀ ਪਾਟਾ, ਤੇਰੇ ਕੋ ਘੋੜੀ ਤੇ ਸਾਦਾ ਜਿਹਾ ਪਰਨਾ ਬੰਦਾ, ਤੇ ਮੇਰੇ ਕੋ ਕਰੋੜਾਂ ਦੀ ਜਾਇਦਾਦ। ਮੈਨੂੰ 1 ਮਹੀਨੇ ਦੇ ਕਰੀਬ ਦਰਿਆ ਦੇ ਕੰਢੇ ਬੈਠਿਆਂ ਹੋ ਗਿਆ, ਪਰ ਜਦੋਂ ਤੂੰ ਇੱਥੋਂ ਲੰਘਦਾ ਇੱਕ ਖਿੱਚ ਜੀ ਪੈਂਦੀ ਹੈ। ਜਨ ਨਾਨਕ ਧੂੜ ਮੰਗਿਆ ਤਿਸ ਗੁਰਸਿੱਖ ਕੀ ਜੋ ਆਪ ਜਪੈ। ਕਹਿੰਦੇ ਸਿੱਖਾ ਪਤਾ ਨਹੀਂ ਤੇਰੇ ਕੋਲ ਕੀ ਹੈ, ਜੀ ਕਰਦਾ ਸੁੱਖ ਜਿਹਾ ਮਿਲਦਾ। ਤੇ ਭਾਈ ਪਾਰੋ ਜੀ ਕਹਿੰਦੇ ਜਿਨ੍ਹਾਂ ਦੇ ਮੁਰਸ਼ਿਦ ਰੰਗਲੇ ਬਾਹੋਂ ਫੜ ਕੇ ਲਗਾਉਂਦੇ ਪਾਰ, ਕਹਿੰਦੇ ਪਾਰਲੇ ਪਾਸੇ ਗੁਰੂ ਅਮਰਦਾਸ ਬੈਠੇ ਮਿਲਣਾ ਹੀ। ਕਹਿੰਦਾ ਸਿੱਖਾ ਲੈ ਚੱਲ। ਭਾਈ ਪਾਰੋ ਨੇ ਘੋੜੀ ਤੇ ਬਿਠਾਇਆ। ਸ਼ਾਹ ਅੱਲਾ ਯਾਰ ਅਜੇ ਉੱਥੇ ਜਾ ਕੇ ਪਹੁੰਚੇ ਤੇ ਭਾਈ ਸਾਹਿਬ ਨੇ ਆਖਿਆ ਵੀ ਭਾਈ ਸਾਹਿਬ ਤੁਸੀਂ ਬਾਹਰ ਬਹੁ, ਤੇ ਮੈਂ ਬਾਪੂ ਤੋਂ ਆਗਿਆ ਲੈ ਕੇ ਆਉਣਾ ਵੀ ਇੱਕ ਮੁਸਲਮਾਨ ਸੌਦਾਗਰ ਮਿਲਣਾ ਚਾਹੁੰਦਾ ਹੈ, ਲੈ ਆਵਾਂ। ਗੁਰੂ ਕੀ ਤੁਹਾਡਾ, ਮੇਰੀ ਸਿਫਾਰਿਸ਼ ਦੀ ਲੋੜ ਨਹੀਂ। ਤਰ ਗਏ ਇੱਥੇ ਜਿਨ੍ਹਾਂ ਨੇ ਸੇਵਾ ਸਿਮਰਨ ਕੀਤਾ, ਮੇਰੇ ਵਰਗੇ ਵੀ ਰੁਲਦੇ ਫਿਰਦੇ। ਆਪਾਂ ਸ਼ੁਰੂ ਕਥਾ ਕੀਤੀ ਸੀ, ਹਮ ਰੁਲਤੇ ਫਿਰਤੇ। ਗੁਰੂ ਦੇ ਘਰ 'ਚ ਘਾਟਾ ਕੋਈ ਨਹੀਂ, ਆਪਣਾ ਥੱਕ ਜਾਣਾ ਲੈਂਦੇ। ਅਜੇ ਬਾਹਰ ਬੈਠਾ ਸ਼ਾਹ ਅੱਲਾ ਯਾਰ ਤੇ ਭਾਈ ਪਾਰੋ ਨੇ ਜਾ ਮੱਥਾ ਟੇਕਿਆ। ਤੇ ਜੇ ਮੱਥਾ ਟੇਕ ਕੇ ਉੱਠੇ ਹੀ ਇਧਰ ਬਾਲਾ ਮਰਦਾਨਾ ਮੱਥਾ ਟੇਕ ਕੇ ਉੱਠੇ। ਤੇ ਮਹਾਰਾਜ ਕਹਿੰਦੇ ਬਾਪੂ ਦਾ ਕੀ ਹਾਲ ਆ? ਤੁਸੀਂ ਕਿਸੇ ਨੂੰ ਦਿਲੋਂ ਯਾਦ ਕਰੋ ਨਾ, ਦਿਲੋਂ, ਤੇ ਤੁਹਾਨੂੰ ਫੋਨ ਆ ਜੂ ਸ਼ਾਮਾਂ ਨੂੰ। ਤੇ ਆਪਾਂ ਪਤਾ ਕੀ ਕਹੀਦਾ, ਵਾਹਿਗੁਰੂ ਵਾਹਿਗੁਰੂ, ਅੱਜ ਤੇ ਰੱਬ ਭਲਾ ਕੀਤਾ, ਮੈਂ ਨਾ ਤੁਹਾਨੂੰ ਅੱਜ ਸਵੇਰੇ ਚੇਤੇ ਕਰਦਾ ਸੀ, ਅੱਜ ਵੇਲੇ ਤੁਹਾਡਾ। ਇਹਦਾ ਮਤਲਬ ਆ ਫੋਨ ਤਾਂ ਅੱਜ ਸ਼ੁਰੂ ਹੋਏ ਹੈ, ਅੱਗੇ ਦਿਲ ਦੇ ਰਿਸ਼ਤੇ ਸੀ, ਦਿਲ ਦੇ। ਬਾਣੀ ਨੇ ਵੀ ਕਬੂਲ ਕੀਤਾ, ਦਿਲੋਂ ਮੁਹੱਬਤ ਜਿਨ। ਅੱਜ ਤੂੰ ਗੁਰੂ ਨੂੰ ਦਿਲੋਂ ਯਾਦ ਕਿੱਥੇ ਕਰਦਾ? ਕਿਤੇ ਕਰਕੇ ਤੇ ਵੇਖ, ਗੁਰੂ ਪਹਿਲਾਂ ਹੀ ਤਿਆਰ ਆ ਵੀ ਮੈਂ। ਮਰਦਾਨੇ ਦੀ ਕੱਲ ਸਾਖੀ ਸੀ ਨਾ, ਵੀ ਮਰਦਾਨੇ ਦੀ ਵਹੁਟੀ ਨੇ ਆਖਿਆ ਤੇਰਾ ਬਾਬਾ ਨਾਨਕ ਸਾਡੇ ਘਰ ਤੇ ਕਦੇ ਆਇਆ ਨਹੀਂ, ਉਦਾਂ ਤੂੰ ਭਰਾ ਕਹਿੰਦਾ ਦੁਨੀਆ ਦਾ ਮਾਲਕ ਹੈ, ਕਹਿੰਦੇ ਤੂੰ ਕਦੇ ਯਾਦ ਹੀ ਨਹੀਂ ਕੀਤਾ, ਤੇ ਆਉਣਾ ਕੀ ਹੈ? ਹੁਣ ਆ ਗਿਆ ਹੀ। ਸੋ ਇਸ ਕਰਕੇ ਜਿੰਨਾ ਚਿਰ ਆਪਣੇ ਅੰਦਰ ਈਰਖਾ ਦੁਬਦਾ ਸਾੜਾ ਹੈ, ਕਲੇਸ਼ ਹੈ, ਉਹਨਾਂ ਚਿਰ ਗੱਲ ਨਹੀਂ ਬਣਨੀ। ਅੰਦਰ ਭਾਵਨਾ ਦੀ ਖੇਡ ਵਰਤਣੀ, ਹੰਕਾਰ ਨਾ ਰੱਖਿਓ, ਫਿਰ ਖੇਡ ਵਰਤਣੀ ਹੈ। ਆਪਸ ਕੋ ਜੋ ਜਾਣੇ ਨੀਚਾ ਸੋ ਗਣੀਐ। ਜਿੱਦਾਂ ਤੁਹਾਡਾ ਅੰਦਰ ਢਹਿ ਗਿਆ, ਗੁਰੂ ਨੇ ਆਪੇ ਵਰਤ ਜਾਣਾ। ਅਜੇ ਅੰਦਰ 'ਚ ਮੈਂ ਆ ਥੋੜੀ ਜੀ, ਇਹ ਨਹੀਂ ਕੰਮ ਕਰਨ ਦਿੰਦੀ। ਤੋ ਮਹਾਰਾਜ ਸਾਹਿਬ ਜੀ ਨੂੰ ਮੱਥਾ ਟੇਕਿਆ ਭਾਈ ਪਾਰੋ ਨੇ। ਤੇ ਮਹਾਰਾਜ ਕਹਿੰਦੇ ਭਾਈ ਪਾਰੋ, ਜਾਂ ਕਿਸੇ ਨੂੰ ਲਿਆਈ ਦਾ ਨਹੀਂ ਹੁੰਦਾ, ਜੇ ਲਿਆਈਏ ਤੇ ਫਿਰ ਬਾਹਰ ਕੱਢ ਕੇ। ਭਾਈ ਪਾਰੋ ਬੋਲਿਆ ਨਹੀਂ। ਵੇਖੋ ਗੁਰੂ ਕੀ ਅਜੇ ਬੇਨਤੀ ਕਰਨੀ ਹੈ ਵੀ ਮੇਰੇ ਨਾਲ ਆਇਆ ਕੋਈ ਬਾਹਰ ਬੈਠਾ ਵਿਚਾਰਾ। ਮਾਰੇ ਪਹਿਲਾਂ ਹੀ ਕਹਿੰਦੇ ਜਾਂ ਕਿਸੇ ਨੂੰ ਜੇ ਲਿਆਈਏ ਤੇ ਬਾਹਰ, ਜਾਂ ਕਿਸੇ ਦੀ ਬਾਂਹ ਫੜੀ ਦੀ ਨਹੀਂ ਹੁੰਦੀ, ਜੇ ਫੜੀਏ ਤੇ ਫਿਰ ਸਤਿਗੁਰੂ ਦੇ ਚਰਨ ਚੁੰਮ ਕੇ ਕਹਿੰਦੇ ਜੀ ਮਾਫ ਕਰਿਓ, ਮੈਂ ਕਿਹਾ ਮੁਸਲਮਾਨ ਤੁਹਾਡੀ ਆਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਸੀ ਉਹ ਮੁਸਲਮਾਨ, ਹੁਣ ਤੇ ਈਮਾਨ ਹੋ ਗਿਆ। ਜਾ ਕੇ ਲੈ ਕੇ ਆ। ਉਹਨੇ ਫਿਰ ਦੀਦਾਰ ਕੀਤੇ ਮਹਾਰਾਜ ਦੇ, ਦਰਸ਼ਨ ਕਰਦਾ ਕਰਦਾ ਹੀ ਗੁਰੂ ਦਾ ਹੀ ਹੋ ਗਿਆ। ਇੱਥੇ 20 ਸਾਲ ਹੋ ਗਏ, ਗੁਰਦੁਆਰਾ ਕੋਈ ਨਹੀਂ ਛੱਡਿਆ। 15 ਵੇਰਾ ਪਟਨਾ ਸਾਹਿਬ, 10 ਵੇਰਾ ਹੇਮਕੁੰਟ, 20 ਵੇਰਾ ਹਜੂਰ ਸਾਹਿਬ, 25 ਵੇਰਾ ਬੇਰ ਸਾਹਿਬ, 50 ਵੇਰਾ ਹਰਿਮੰਦਰ ਸਾਹਿਬ, ਤੇ ਰੋਜ਼ ਬੌਲੀ ਸਾਹਿਬ। ਅਜੇ ਵੀ ਰੱਬ ਲਾਗੇ ਬੰਨੇ ਨਹੀਂ ਲੰਘਿਆ। ਜੇ ਲੰਘਿਆ ਤੇ ਦੱਸੋ। ਜਿੱਦਣ ਲਾਗੇ ਆ ਗਿਆ ਤੁਹਾਡੇ 'ਚ ਮਹਿਕਾਂ ਆਉਂਦਾ ਬੜੀਆਂ। ਤੁਹਾਨੂੰ ਵੇਖ ਕੇ ਕੋਈ ਭੱਜੂ ਨਾ, ਤੁਹਾਨੂੰ ਵੇਖ ਕੇ ਕੋਈ ਲੁਕੂਗਾ ਨਾ, ਸਗੋਂ ਤੁਹਾਡੇ ਕੋਲ ਆ ਕੇ ਬਹੂ। ਇਹ ਕਈ ਰੂਹਾਂ ਹੁੰਦੀਆਂ ਨਾ ਰੰਗੀਆਂ ਭਿੱਜੀਆਂ, ਇਹ ਬੰਦੇ ਦਾ ਹੁੰਦਾ ਮੇਰੇ ਕੋਲ ਬਵਾਂ, ਇਹ ਕੋਈ ਵਧੀਆ ਗੱਲ ਕਰੂਗਾ ਕੋਈ ਰੱਬ ਦੀ। ਜਿਹੜੇ ਬੰਦੇ ਨੇ ਗੱਲ ਹੀ ਉਹ ਜਿਹੀ ਕਰਨੀ, ਬੰਦਾ ਵੇਖ ਕੇ ਆਸੇ ਪਾਸੇ ਹੁੰਦਾ ਵੀ ਇਹਦੇ ਕੋਲੋਂ ਦੂਰ ਹੀ ਚੱਲ ਜਾਓ, ਵੀ ਇਹਨੇ ਆਪ ਸੜਿਆ ਦੂਜੇ ਨੂੰ ਵੀ ਅੰਦਰ ਦਿਖਾਊਗਾ। ਇਦੋਂ ਚੰਗਾ ਵਾ ਬਾਬਾ ਕਹਿੰਦਾ ਸਾਗ ਤੇ ਸੰਗ ਨਾ ਕੀਜੀਗਾ, ਦੂਰੇ ਜਾਈਏ। ਜਿੱਦਾਂ ਸ਼ਹਿਦ ਦੀ ਮੱਖੀ ਉਸ ਪੱਤੇ ਤੇ ਬਹਿੰਦੀ ਆ। ਹੁਣ ਤੁਸੀਂ ਸਾਰੇ ਇੱਥੇ ਕਿਉਂ ਬੈਠੇ ਆ ਕੇ? ਕੀ ਮਿਲਦਾ ਤੁਹਾਨੂੰ? ਰਸ। ਇੱਕ ਰਾਜਾ ਸੀ ਨਿਆਂਕਾਰੀ, ਉਹ ਜਿਹੜਾ ਵੀ ਸਵਾਲ ਸਵੇਰੇ ਉਹਨੂੰ ਕੋਈ ਦੱਸਦਾ ਸੀ ਤੇ ਸ਼ਾਮਾਂ ਨੂੰ
जवाब दे दिंदा सी। ते एक दिन किसी नौजवान पढ़े लिखे ने आख्या भी राजे की मैं कंड लवाउणी, इनू हराउणा है, इनू दुनिया बड़ा सत्कार दिंदी है, प्यार दिंदी, इनू डेगना है। उन्हें कहा राजा तकड़ा हो जा, अज मैं सवाल पुछना ही, तो जे जवाब ना दिता तो तख्त छड्ड के ते मैनू बिठा दे, शर्त तेरी है, तो जे तू जवाब देता तो सारी जिंदगी तेरा पानी भरूंगा। राजा कहना भी ये की बला है, क्यों की पुछन लगा। कहते राजा ठीक 50 कदमां दे उत्ते मैं 2 फुल गुलदस्ते रखूँगा, तो तू इत्थे बैठे ने दसना भी दो चो असली केड़ा ते आ। तो कुछ भी नहीं, जो जाइए ना जलंधर अंबरसर असीं लैन गए गुरु दे रमाले, उत्थे इदां दे आ फुल आ भी भुलेखा खा जांदा बंदा भी असली कि नकली आ। इन्नी तगड़ी कारागिरी। वो दोवें गुलदस्ते टकाते ते राजे नूं कहंदे सज्जा के खब्बा असली है। राजे दे मत्थे ते पसीना आ गया, हुण इन्नी दूरों जजमेंट करनी बड़ी औखी है। वो सोचां च पै गया। जदों बंदे दी सोच खत्म हुंदी ना, बाणी कहंदी सोचै जे सोची चुपै जे लाए भुखिया। साडी बाणी जपजी साहिब तो शुरू हुई बापू की, ते बापू ने पहली बाणी च कहता भी तुसीं नहीं रजना। ਇੱਥੇ ਉਹ मैं वेखे जिन्हां दी अद्धा किला पैली ते कमरा चौंदा सी, अज अद्धा अमेरिका खरीद लिया, नीत अजे भी नंग है। ਇੱਥੇ साइकिल नूं तरसदे 15-15 ट्राले चलन दे, किते फोन करिए ना भी सेवा करनी, बाबा जी हथ तंग है, मैं कहा तुहाडा तंग ही रहना, ठीक है ना जी, बहुता कहिए। तो इस करके महाराज सच्चे पातशाह कृपा दया दे सागर है, रहमत दे मालिक है। महाराज पहले ही कह गए भुखिया ओए तू उदन भी रोंदा सी जिदन 100 रुपये मीटर सी, अज 1500 का मीटर, अज भी रोंदा ही। उदन भी रोंदा जिदन गड्डे ते बापू नाल पट्ठे लैन जांदा सी, आ निक्के जे बच्चे जिड्डा, ते अज फॉर्चूनर गड्डी च बैठा, अज भी रोन दिया। तू नहीं रजना, तेरे बापू ने फैसला करता भुखिया जे बन्ना सारी दुनिया तेरे घर च रिजक लैवे ते तेरी नीत तां भी नहीं रजनी। तो राजे ने सोचां च पए ने अरदास कीती, कहने महाराज अज इज्जत रख ले। हुण जदों अरदास बंदा करदा ना, जी की बिरथा होए, अरदास उदों निकलदी अंदर चारे पासों घिरे। महाराज हस के कहंदे राजा हुण दे जवाब। कहंदे महाराज मेरी हौमे अज खत्म हो गई, मेरी बवाह हो गई, मेरा तख्त जांदा दीदा राज, अज गरीब दी इज्जत रख ला। कहंदे वैसे इंसाफ तो मैं करदा सी, पर तैनूं थोड़े समय लई भुलेखा लग गया भी तू ही है राजा, पर अज पता लग गया मेरे तो वड्डा राजा भी कोई हैगा जिहड़ा इन्हां नूं राजे बनाउण वाला। तो इस करके महाराज सच्चे पातशाह जी कृपा दे मालिक ने। अरदास कबूल होई ते रब की बन के आया, रूप है अनूप है, ओदा रूप नहीं कोई, उपमा तो रहत है सामने, एक मक्खी दा रूप धारिया रब ने। वो मक्खी उड़दी उड़दी पहला राजे दे नक कोल आई, 2-4 मिनट ਉਹਦੇ ਮੂੰਹ ਅੱਗੇ ਉਹਨੇ ਰੌਲਾ ਪਾਇਆ ਤੇ ਉਹਨੇ ਇਦਾਂ ਉਹਨੂੰ ਝਿੜਕਿਆ। ਸਿੱਖਿਆ ਲੈਣੀ ਹੋਵੇ ਤੇ ਬੰਦਾ ਲੈ ਸਕਦਾ। ਅਸੀਂ ਤਾਂ ਬੈਠੇ ਤੇ ਇੱਕ ਮੱਖੀ ਨਾ ਵਾਰ-ਵਾਰ ਆਵੇ, ਉਹਨੂੰ ਡਾਈਏ ਫੇਰ ਵਾਰ-ਵਾਰ ਆਵੇ ਤੇ ਉਹ ਹਾਸੇ ਨਾ ਕਿ ਮੈਂ ਕਿਹਾ ਮਗਰ ਹੀ ਪੈ ਗਈ ਹੈ। ਬਾਅਦ ਦੇ ਵਿੱਚ ਮਨ ਚ ਆਇਆ ਵੀ ਮੱਖੀ ਤੇ ਉੱਥੇ ਬਹਿੰਦੀ ਜਿੱਥੇ ਗੰਦ ਹੋਵੇ। ਇਹਦਾ ਮਤਲਬ ਮੱਖੀ ਕਹਿ ਰਹੀ ਵੀ ਤੂੰ ਅਜੇ ਗੰਦੇ ਆਪਾਂ ਸਾਰੇ ਅੰਦਰੋਂ ਬਾਹਰੋਂ, इस करके मक्खी गंद ते बहिंदी मेरे को बार बार तां आउंदी, दस रही है भी तू अजे तेरे च गंदगी है, इहनूं साफ कर पुत्त, अजे नहीं गल बनी, अजे कपड़े चिट्टे आ ते अंदर गंद ही है, सोच नहीं सही, अपनी भावना नहीं सही, भरे पे चुगली ईरखाई ने दिया। एक मक्खी तो मक्खी ने वार वार सताया ते उन्हें उडाई ते फिर उहदे सामने वो गाउंदी गाउंदी जा पहुंची जिथे दोवें गुलदस्ते पए। वो आप आया सी ना जिदा कीड़ी बन के प्रहलाद नूं नहीं दिखाया, तत्ता थम सी लाल ते प्रहलाद डोलन लगा भी जे मैं जफ्फी पाई मैं सड़ जाना, ते उत्थे कीड़ी तुरी फिरे। वो कहंदा है जे कीड़ी नूं कुछ नहीं होया ते मैनूं क्यों होऊ? वो कीड़ी परमेश्वरा माइयां शब्द भी पढ़दियां हुंदियां ना, कीड़ी ना बन दिओ रामा। वो डोलन नहीं दिंदा, अपने सेवक की सर पर रख है, अपने दास को दे वडाई, अपने सेवक को नाम जपाई। वो मक्खी ने की कीता, पहला खब्बे गुलदस्ते ते गई, फिर सज्जे ते, फिर खब्बे ते, फिर सज्जे ते, फिर जिन्नी वारी भी आवे सज्जे ते आवे जावे आवे जावे। राजे ने आख्या लख शुक्र है,
ਕਹਿੰਦਾ ਮੇਰੀਆਂ ਅੱਖਾਂ ਧੋਖਾ ਖਾ ਸਕਦੀਆਂ ਵੀ ਦੋਵਾਂ 'ਚੋਂ ਅਸਲੀ ਨਕਲੀ ਕਿਹੜਾ, ਪਰ ਮੱਖੀ ਨਹੀਂ ਖਾ ਸਕਦੀ, ਕਿਉਂਕਿ ਮੱਖੀ ਨੇ ਉੱਥੇ ਆਉਣਾ ਜਿੱਥੋਂ ਰਸ ਮਿਲਦਾ। ਹੁਣ ਤੁਸੀਂ ਮਹਾਰਾਜ ਦਾ ਰਸ ਹੀ ਲੈਣ ਆਏ, ਇੰਨੀ ਗਰਮੀ ਆ, ਘਰੇ 3-3 ਏਸੀ ਕੋਠੀਆਂ ਪਈਆਂ, ਜਿਹਨੇ ਨਹੀਂ ਸੁੱਤੇ ਕਿ ਨਹੀਂ ਨੰਦਣਾ ਹੈ, ਰਿਮੋਟ ਫੜੇ ਟੀਵੀ ਦੇ, ਤੁਹਾਨੂੰ ਕੀ ਹੋਇਆ? ਤੁਸੀਂ ਚੁੱਕ ਕੇ ਮੂੰਹ ਧੁੱਪੇ ਤੁਰੇ ਫਿਰਦੇ ਹੈ। ਤੁਹਾਨੂੰ ਬਾਪੂ ਨੇ ਸੱਦਾ ਦਿੱਤਾ, ਆਓ ਸਿੱਖ ਸਤਿਗੁਰ ਕੇ, ਆਓ ਸੰਗਤ ਵਿੱਚ ਝੱਟ ਪਸੀਨਾ ਪਸੂਨਾ ਆਵੇ, ਤੁਹਾਡੇ ਜਨਮਾਂ ਦੀ ਮੈਲ ਉਤਰ ਜੇ ਕਿਤੇ। ਹਾਂਜੀ, ਤੋ ਇਸ ਕਰਕੇ ਉਹਨੇ ਰਾਜੇ ਨੇ ਆਖਿਆ, ਕਹਿੰਦੇ ਪੁੱਤ ਆ ਜਾ, ਸੱਜਾ ਗੁਲਦਸਤਾ ਅਸਲੀ। ਉਹ ਕਹਿੰਦਾ ਵੀ ਇਹਨੂੰ ਕਿੱਦਾਂ ਪਤਾ ਲੱਗਾ ਵੀ ਧੀਰੇ ਦੂਰੋਂ ਕੋ ਜਿਹਾ? ਕਹਿੰਦਾ ਚੰਗੀ ਤਰ੍ਹਾਂ ਵੇਖ ਲਾ ਰਾਜਾ, ਗਲਤੀ ਨਾ ਕਰੀ, ਤੇਰਾ ਰਾਜ ਚੱਲ ਜਾਣਾ ਅੱਜ। ਕਹਿੰਦਾ ਮੈਂ ਹੋਵਾਂ ਤੇ ਗਲਤੀ ਕਰਾਂ, ਅੱਜ ਉਹ ਆਇਆ ਹੀ, ਅੱਜ ਉਹ ਆਇਆ ਹੀ। ਇਸ ਕਰਕੇ ਕਹਿੰਦੇ ਫਿਰ ਸੱਜਾ ਵਾਕਿਆ ਅਸਲੀ। ਕਹਿੰਦੇ ਪਰ ਤੈਨੂੰ ਪਤਾ ਕਿੱਦਾਂ ਲੱਗਾ? ਕਹਿੰਦੇ ਮੈਂ ਵੀ 4 ਦਿਨ ਰਾਜਾ ਜਿਹਾ ਬਣ ਬੈਠਾ ਸੀ, ਅੱਜ ਜਦੋਂ ਵਿਵਾਹ ਹੋਈ ਤੇ ਰੱਬ ਚੇਤੇ ਆਇਆ। ਆਪਾਂ ਵੀ 4 ਦਿਨ ਭੁੱਲ ਜਾਂਦੇ, ਜਦੋਂ ਫਿਰ ਵੱਜਦੀ ਨਾ ਚਪੇੜ, ਉਦੋਂ ਫਿਰ ਚੇਤਾ ਆਉਂਦਾ ਵੀ ਰੱਬ ਵੀ ਹੈਗਾ, ਮੱਥਾ ਵੀ ਟੇਕਣਾ। ਨਹੀਂ ਤੇ ਬੰਦਾ ਕਹਿੰਦਾ ਗੁਰਦੁਆਰੇ ਕੀ ਕਰਨਾ, ਕਥਾ ਕੀਰਤਨ ਕੀ, ਉਹਦੇ ਵਿਹਲੇ ਆ। ਤੇ ਜਦੋਂ ਫਿਰ ਉਹ ਮਾਰਦਾ ਖੱਬੇ ਹੱਥ ਦੀ, ਫਿਰ ਕਹਿੰਦਾ ਬਾਬਾ ਜੀ ਬੂਆ ਨਾ ਢੋਇਓ। ਮੈਂ ਕਿਹਾ ਟਾਈਮ ਹੋ ਗਿਆ। ਕਹਿੰਦੇ 2 ਮਿੰਟ ਜਿੰਦਰਾ ਨਾ ਲਾਇਓ, ਮੈਂ ਜੇ ਬਹਿਣਾ। ਫਿਰ ਉਹੀ ਬੰਦਾ ਹੁੰਦਾ ਜਿਹੜਾ ਕਹਿੰਦਾ ਮੇਰਾ ਜਾਣ ਨੂੰ ਜੀ ਨਹੀਂ ਕਰਦਾ, ਬਾਬਾ ਜੀ ਠਾਇਓ ਨਾ, ਕਿਉਂਕਿ ਸੱਟ ਲੱਗ ਗਈ। ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ। ਉਹ ਬੱਚਾ ਕਹਿੰਦਾ ਰਾਜਾ ਤੈਨੂੰ ਪਤਾ ਕਿੱਦਾਂ ਲੱਗਾ ਵੀ ਅਸਲੀ ਨਕਲੀ ਹੈ? ਕਹਿੰਦੇ ਇੱਕ ਮੱਖੀ ਬਣ ਕੇ ਆਇਆ ਪ੍ਰਭਾਵ, ਤੇ ਮੱਖੀ ਉੱਥੇ ਆਊਗੀ, ਉਹ ਸਾਡੇ ਨਾਲੋਂ ਤੇ ਮੱਖੀ ਚੰਗੀ, ਉਹ ਉੱਥੇ ਆਉਂਦੀ ਜਿੱਥੇ ਰਸ ਮਿਲਦਾ। ਅਸੀਂ ਪਤਾ ਨਹੀਂ ਕਿਉਂ ਮੜੀਆਂ ਕਬਰਾਂ ਮੱਟਾਂ 'ਚ ਫਸ ਗਏ, ਨਾ ਕੋਈ ਉਹਨਾਂ ਦਾ ਇਤਿਹਾਸ, ਨਾ ਕੋਈ ਲੈਣਾ, ਨਾ ਕੋਈ ਦੇਣਾ ਹੈ। ਮਿੱਟੀ ਖਾਈ ਜਾਂਦੇ, ਸਿਰ 'ਚ ਸਵਾਹ ਮਲੀ ਜਾਂਦੇ, ਪਿੱਪਲ ਦੇ ਗੇੜੇ ਕੱਢੀ ਜਾਂਦਾ। ਉਹ ਪਿੱਪਲ ਨੂੰ ਇੰਨੇ ਕੁ ਧਾਗੇ ਬੰਨ੍ਹਤੇ, ਉਹ ਕਹਿੰਦਾ ਰੱਬ ਦਾ ਵਾਸਤਾ ਮੈਨੂੰ ਵੀ ਵੱਧ ਫੁੱਲ ਲੈਣ ਦਿਓ। ਉਹ ਰੱਸੀਆਂ ਬੰਨ ਤੁਹਾਡੇ ਗਲ 'ਚ ਕੋਈ ਰੱਸੀ ਬੰਨ੍ਹਦੇ, ਘੁੱਟ ਕੇ ਦੇ ਵਿੱਚ ਖੋਵੇ ਤੇ ਪੀੜ ਹੋਊ ਕਿ ਨਹੀਂ ਹੈ? ਇਹ ਰੁੱਖ ਦੇਵਤੇ ਆ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ। ਇੱਕ ਕਹਿੰਦਾ ਬਾਬਾ ਜੀ 33 ਕਰੋੜ ਦੇਵੀ ਦੇਵਤਾ ਕਿੱਦਾਂ? ਮਹਾਰਾਜ ਦੀ ਬਾਣੀ ਨੇ ਆਖਿਆ ਦੇਵਤੇ 33 ਕਰੋੜ ਤਾਂ ਹੈ ਕਿਉਂਕਿ ਪਾਣੀ ਵੀ ਦੇਵਤਾ, ਦਰਖਤ ਵੀ ਦੇਵਤੇ। ਦੇਵਤੇ ਦੀ ਡੈਫੀਨੇਸ਼ਨ ਹੈ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ। ਆਕਸੀਜਨ ਨਹੀਂ ਦਿੰਦੇ। ਤੇ ਕਮਲਿਆ ਜਦੋਂ ਤੂੰ ਮਰ ਗਿਆ, ਤੇਰੇ ਭਾਬੀਆਂ, ਭਰਾ, ਚਾਚੇ, ਤਾਏ ਸਭ ਭੱਜ ਜਾਣੇ, ਤੇਰੇ ਨਾਲ ਕਿਹਨੇ ਪੈਣਾ? ਬੋਲੋ, ਰੁੱਖ ਨੇ ਪੈਣਾ ਨਾ, ਲੱਕੜਾਂ ਨਾਲ ਪੀਂਦੀਆਂ। ਤੇ ਉਹ ਵਿਚਾਰਿਆਂ ਨੂੰ ਵੀ ਧਾਗੇ ਬੰਨ ਕੇ ਲਹੂ ਪੀ ਛੱਡਿਆ। ਜਾ ਕੇ ਖੋਲ ਕੇ ਆ ਕੁਛ। ਉਹ ਸਿੱਖਾ ਮੱਖੀ ਰਸ ਲੈਂਦੀ ਹੈ, ਤੂੰ ਗੁਰੂ ਛੱਡ ਕੇ ਬੇਮੁੱਖਾਂ ਦੇ ਕੋਲ ਜਾਂਦਾ, ਤੈਨੂੰ ਰਸ ਨਹੀਂ ਆਉਣਾ। ਸ਼ਾਹ ਅੱਲਾ ਯਾਰ 5 ਨਮਾਜ਼ਾਂ ਪੜ੍ਹਨ ਵਾਲਾ ਸੀ, ਕਹਿੰਦੇ ਬਾਬਾ ਕਦੇ ਰਸ ਜਿਹਾ ਨਹੀਂ ਆਇਆ, ਪਤਾ ਨਹੀਂ ਕਿਉਂ ਤੇਰੇ ਸਿੱਖ ਨੂੰ ਵੇਖ ਕੇ ਆਨੰਦ ਆਇਆ, ਤੇ ਆਨੰਦ ਦੇ ਦੇ ਮੈਨੂੰ, ਮੈਂ ਆਨੰਦ ਲੈਣਾ ਚਾਹਣਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਭੇਟਾ ਕੀ ਦੇਵੇਂਗਾ? ਉਹਨੇ ਕੀ ਕੀਤਾ? ਬੁੱਕ ਭਰ ਕੇ ਮੋਹਰਾਂ ਸੋਨੇ ਦੀਆਂ ਬਾਬੇ ਅਮਰਦਾਸ ਬਾਪੂ ਦੇ ਗਾੜੀ ਰੱਖਤੀਆਂ। ਤੇ ਮਹਾਰਾਜ ਕਹਿੰਦੇ ਨਹੀਂ ਸੰਤਨ ਕੋ ਇਨਸੇ ਵਿਵਹਾਰ, ਇਨਕੋ ਦਿਓ ਨਦੀ ਮੇਂ। ਲਾਗੇ ਦਰਿਆ ਵਗਦਾ ਸੀ, ਅੱਜ ਵਰਗਾ ਕੋਈ ਹੁੰਦਾ ਨਾ, ਬਾਬਾ ਉਹਨੇ ਕਹਿਣਾ ਮੋਹਰਾਂ ਦੇ ਦੇ। ਪਰ ਬਾਬੇ ਅਮਰਦਾਸ ਨੇ ਆਖਿਆ ਚੁੱਕ ਮੋਹਰਾਂ ਤੇ ਸੁੱਟ ਦਰਿਆ 'ਚ। ਕਹਿੰਦੇ ਪਹਿਲੀ ਵਾਰੀ ਐਸਾ ਬਾਬਾ ਵੇਖਿਆ ਜਿਹੜਾ ਸੋਨਾ ਦਰਿਆ 'ਚ ਪਾਉਂਦਿਆ। ਕਹਿੰਦੇ ਮਹਾਰਾਜ ਜੀ ਗਲਤੀ ਹੋ ਗਈ ਕੋਈ। ਕਹਿੰਦੇ ਭਲਿਆ ਤੂੰ ਆਨੰਦ ਮੰਗਿਆ ਸਾਡੇ ਤੋਂ, ਤੇ ਜਿਹੜੀ ਚੀਜ਼ ਤੂੰ ਸਾਡੇ ਅੱਗੇ ਰੱਖਣ ਦਿਆ, ਇਹ ਚੀਜ਼ ਤੇ ਆਨੰਦ ਖੋਂਦੀ ਆ। ਸਕੇ ਭਰਾ 3 ਸੀ, ਇੱਕ ਦੂਜੇ ਬਿਨਾਂ ਰੋਟੀ ਨਹੀਂ ਸੀ ਖਾਂਦੇ। ਕਿਹਨਾਂ ਨੇ ਮਰਵਾਏ? ਮਾਇਆ ਨੇ। ਮਾਂ ਪਿਓ ਤੋਂ ਬੱਚੇ ਕਿੰਨੇ ਖੋਏ, ਸੱਜਣ ਤੋਂ ਸੱਜਣ ਕਿੰਨੇ ਦੂਰ ਕੀਤਾ। ਮਾਰੇ ਕਹਿੰਦੇ ਮੰਗਣ ਤੂੰ ਆਨੰਦ ਦਿਆਂ ਏ, ਤੇ ਭੇਟਾ ਰੱਖਣ ਦਿਆਂ ਜਿਹੜੀ ਆਨੰਦ ਦੀ ਵੈਰਨ। ਆਖੋ ਸਤਿਨਾਮ। ਇਹ ਜਿਹੜੀ ਮਾਇਆ ਹੈ ਨਾ, ਇਹ ਖੁਸ਼ੀ ਦੀ ਤੇ ਪਿਆਰ ਦੀ ਵੈਰੀ ਆ। ਅੱਜ ਸਾਰਿਆਂ ਦੇ ਉੱਤੇ ਕਿਹਦਾ ਕਬਜ਼ਾ? ਤੇ ਮਾਇਆ ਨੇ ਖੋਲਿਆ ਕਿ ਨਹੀਂ ਸਭ ਕੁਝ? ਕੱਲਾ ਕੱਲਾ ਬੱਚਾ ਤੁਹਾਡਾ ਬਾਹਰ ਚਲੇ ਗਿਆ, ਤੁਸੀਂ ਇੱਥੇ ਤੁਰੇ ਫਿਰਦੇ ਆ, ਉੱਥੇ ਵੀ ਗਏ ਕੰਮ ਧੰਦੇ, ਕੋਈ ਲੈਣਾ ਦੇਣਾ ਨਹੀਂ। ਇਹ ਮਾਇਆ ਏਦਾਂ ਦੀ, ਇਹਨੇ ਸਾਰੇ ਰਿਸ਼ਤੇ ਖਤਮ ਕਰਤੇ। ਨਾ ਕਿਤੇ ਗੁਰੂ ਕੋ ਬਹਿਣ ਦਾ ਟਾਈਮ ਹੀ, ਨਾ ਕਿਤੇ ਸੰਗਤ 'ਚ ਬਹਿਣ ਦਾ ਟਾਈਮ ਹੀ, ਨਾ ਕਿਤੇ ਭੈਣ ਕੋਈ ਜਾਂਦਾ ਹੀ। ਮਾਂ ਨੇ 4 ਫੋਨ ਕੀਤੇ, 5 ਵੀ ਪੁੱਤ 2 ਸਾਲ ਹੋ ਗਏ ਮੈਨੂੰ ਮਿਲ ਜਾ। ਕਹਿੰਦੇ ਮਾਤਾ ਅਜੇ ਕੰਮ ਥੋੜਾ ਜਿਹਾ ਬਿਜੀ ਆ। ਉਸ ਦਿਨ ਫੋਨ ਗਿਆ, ਕਹਿੰਦੇ ਤੁਹਾਡੀ ਮਾਤਾ ਰਾਤੀ। ਫਿਰ ਵੀ ਨਕੰਮੇ ਨੇ ਆਖਿਆ, ਕਹਿੰਦਾ 3 ਲੱਖ ਦੀ ਟਿਕਟ ਮਾਤਾ ਤੇ ਜਾਣ ਵਾਲੀ ਗਈ ਆ,
3 ਲੱਖ ਟਿਕਟ ਦਾ ਲਾਉਂਗਾ, ਨਾਲੇ ਘਾਟਾ ਖਾਊਂ 3 ਲੱਖ ਮਹੀਨੇ ਦਾ, 6 ਲੱਖ 'ਚ ਪਾऊँ। ਚੁੱਪ ਕਰਕੇ 50,000 ਰੁਪਈਆ ਭੇਜਤਾ ਗੁਰਦੁਆਰੇ ਦੇ ਗ੍ਰੰਥੀ। ਕਹਿੰਦਾ ਬਾਬਾ ਜੀ ਸਾਰਾ ਪ੍ਰੋਗਰਾਮ ਤੁਸੀਂ ਕਰ ਦਿਓ, ਖੰਡ ਪਾਠ ਵੀ, ਕੀਰਤਨ ਵੀ ਤੇ ਦੇਗ ਵੀ ਸਾਰਾ, ਤੇ ਬਸ ਮੇਰੀ ਮਜਬੂਰੀ ਮੇਰਾ ਨਾਂ ਲੈ ਦਿਓ ਉੱਥੇ, ਤੁਹਾਡਾ ਵੀ ਵਿੱਚ 2100 ਰੁਪਈਆ ਸਪੈਸ਼ਲ ਆ। ਉਹ ਕਾਹਦੇ ਵਾਸਤੇ ਆ? ਵੀ ਮੇਰਾ ਨਾਂ ਲੈਣਾ ਤੁਸੀਂ ਬਾਬਾ ਜੀ। ਤੇ ਬਾਬਾ ਜੀ ਨੇ ਆਪਣੇ ਵਾਲਾ ਕੱਢ ਕੇ ਫਿਰ ਆਖਿਆ ਜੀ ਬੱਚੇ ਚੰਗੇ ਸੀ, ਮਜਬੂਰੀ ਸੀ, ਅੱਜ ਨਹੀਂ ਆ ਸਕੇ, ਇੰਨੀ ਮੇਰੀ ਬਾਤ ਆ। ਆ ਜ਼ਿੰਦਗੀ ਦਾ ਸਫ਼ਰ ਜਦੋਂ ਮੁੱਕ ਜਾਣਾ ਤੇ ਸੁੱਤੇ ਪਿਆ ਫਿਰ ਅਸਾਂ ਨੇ ਉੱਠਣਾ ਨਹੀਂ, ਚਿੱਟੀ ਚਾਦਰ ਦੀ ਮਾਰਨੀ ਅਸੀਂ ਬੁੱਕਲ ਤੇ ਤੁਰ ਪੈਣਾ, ਫਿਰ ਕਿਸੇ ਨੂੰ ਦੱਸਣਾ ਨਹੀਂ, ਸਾਨੂੰ ਜਾਂਦਿਆਂ ਕਿਸੇ ਨੇ ਰੋਕਣਾ ਨਹੀਂ ਤੇ ਅਸੀਂ ਕਿਸੇ ਦੇ ਰੋਕਿਆ ਰੁਕਣਾ ਨਹੀਂ। 4 ਕੁ ਦਿਨ ਪੈਣਾ ਰੌਲਾ ਖੰਡ ਪਾਠ ਦੇ ਭੋਗ ਤੱਕ, ਮੁੜ ਕੇ ਨਾਮ ਵੀ ਕਿਸੇ ਨੇ ਦੱਸਣਾ ਨਹੀਂ। ਜਿੰਨਾ ਮਰਜ਼ੀ ਕਮਾਈ ਕਰ ਲਾ ਮਿੱਤਰਾ, ਗੁਰੂ ਦਾ ਲੜ ਨਾ ਛੱਡੀ। ਮਹਾਰਾਜ ਕਹਿੰਦੇ ਆਨੰਦ ਲੈਣਾ ਹੈ ਤੇ ਵੈਰਨ ਸਾਡੇ ਪੈਰਾਂ 'ਚ ਰੱਖਣ ਦਿਆ, ਇਹਨੂੰ ਚੁੱਕ ਇਥੋਂ। ਮਹਾਰਾਜ ਫਿਰ ਮੈਂ ਸੋਚਿਆ ਵੀ ਆਮ ਬਾਬੇ ਪੈਸੇ ਲੈ ਕੇ ਸ਼ਬਦ ਦਿੰਦੇ, ਧਾਗਾ ਦਿੰਦੇ, ਤੇ ਤੁਸੀਂ ਵੀ ਇਦਾਂ ਹੀ ਕਰਦੇ ਹੋਵੋਗੇ। ਸਾਡੇ ਪੀਰ ਫਕੀਰ ਜਿਹੜੇ ਵੱਡੇ ਵਲੀ ਹੈ, ਗੁਰੂ ਅਮਰਦਾਸ ਕਹਿੰਦੇ ਪੁੱਤਰ ਸ਼ਾਹ ਅੱਲਾ ਯਾਰ, ਸਾਨੂੰ ਇਹ ਨਹੀਂ ਚਾਹੀਦਾ, ਸਾਨੂੰ ਤੇਰਾ ਮਨ ਚਾਹੀਦਾ। ਇੱਦਾਂ ਦਾ ਬਾਬਾ ਜਿੱਥੋਂ ਹੈਗਾ ਕੋਈ, ਇੱਕ ਵਾਰ ਮੈਨੂੰ ਉੱਠ ਕੇ ਕੋਈ ਕਹਿ ਦੇ ਵੀ ਇੱਦਾਂ ਦਾ ਹੈਗਾ ਤੇ ਮੈਂ ਕਥਾ ਬੰਦ ਕਰ ਦੂੰ, ਨਹੀਂ ਹੈਗਾ ਮੇਰੇ ਬਾਪੂ ਵਰਗਾ। ਤਾਈਓ ਇਹਨੂੰ ਬਾਣੀ ਨੇ ਕਿਹਾ ਵਾ ਊਚ ਅਪਾਰ ਬੇਅੰਤ ਸੁਆਮੀ। ਇਹਦੇ ਕੋਲ ਬੜਾ ਕੁਝ ਹੈ, ਜਿਹਨੂੰ ਸਮਝ ਆ ਗਈ ਉਹ ਲੈ ਗਿਆ। ਇੱਕ ਦਿਨ ਮਾਰੇ ਗੱਦੀ ਦੇਣ ਲੱਗੇ ਨਾ, ਜਦੋਂ ਗੁਰੂ ਅੰਗਦ ਸਾਹਿਬ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਬੈਠੇ ਤੇ ਉੱਥੇ ਕਈ ਸੰਗਤ ਹੁੰਦੀ ਦੋਗਲੀ, ਗੁੱਸਾ ਨਾ ਕਰੇ, ਸੰਗਤ ਵੀ ਦੋਗਲੀ ਹੁੰਦੀ, ਸਾਰੇ ਪਿਆਰ ਵਾਲੇ ਨਹੀਂ ਹੁੰਦੇ, ਵਿੱਚ ਤੁਹਾਡੇ ਵਿਰੋਧੀ ਵੀ ਹੁੰਦੇ। ਹੁਣ ਜਦੋਂ ਉੱਥੇ ਗੱਦੀ ਦੇਣ ਲੱਗੇ ਤੇ ਸਾਰੇ ਬਾਬੇ ਲਹਿਣੇ ਦੇ ਨਾਲ ਨਹੀਂ ਸੀ। ਕਰਤਾਰਪੁਰ ਅੱਧੀ ਸੰਗਤ ਜਿਹੜੀ ਸੀ ਉਹ ਦੂਜਾ ਪੱਖ ਮਾਰਦੀ ਸੀ। ਸਾਰੇ ਥਾਵਾਂ ਤੇ ਸਾਰੀ ਕੁਆਲਿਟੀ ਦੇ ਬੰਦੇ ਹੁੰਦੇ ਨਾ। ਹੁਣ ਜਿਹੜੇ ਅੱਧੇ ਬੰਦੇ ਸੀ ਉਧਰ ਸੀ, ਅੱਧੇ ਉਧਰ। ਜਿੱਦਾਂ ਇਲੈਕਸ਼ਨ ਹੋਈ ਅੱਜ ਨਾ, ਉੱਥੇ ਜੋ ਵੀ ਆਪਣਾ ਵਿਸ਼ਾ ਨਹੀਂ ਹੈ, ਚਲੋ ਮਹਾਰਾਜ ਕਿਤੇ ਦੇਰ ਦਰੁਸਤ ਸੁਣ ਲੈਂਦਾ, ਚਲੋ ਸੁਣ ਲਈਏ, ਕਿਤੇ ਸਾਨੂੰ ਆਕੂ ਕੋਈ ਮਿਲ ਜੇ ਸਾਡੇ ਯੋਧਿਆਂ ਦਾ। ਤੋ ਵੈਸੇ ਤੇ ਮਹਾਰਾਜ ਨੇ ਕਿਹਾ ਵੀ ਇਹ ਖਾਲਸਾ ਕਾਲ ਪੁਰਖ ਕੀ ਫੌਜ, ਇਹਨੂੰ ਆਪੇ ਸਾਰਾ ਕੁਝ ਕਰਨਾ ਪੈਣਾ, ਇਹਨੂੰ ਦੇਣਾ ਦੇਣਾ ਨਹੀਂ ਕਿਸੇ ਨੇ। ਇਹਨਾਂ ਨੂੰ ਆਪਦੇ ਪਹਿਰੇ ਆਪ ਹੀ ਕਰਨੇ ਪੈਣੇ, ਕਿਉਂਕਿ ਆਪ ਹੀ ਰਾਜੇ ਆ ਤੇ ਆਪ ਹੀ ਇਹ ਵਜ਼ੀਰ ਆ ਤੇ ਆਪ ਹੀ ਜੱਜ ਆ। ਮੇਰਾ ਖਾਲਸਾ ਆਪ ਹੀ ਆ ਸਾਰਾ ਕੁਝ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਸੀਸ ਫਿरेंगे ਛਤਰ ਫਿरेंगे ਸੀਸ ਪਰ, ਬੜੀ ਕरेंगे ਮੌਜ। ਮਹਾਰਾਜ ਨੇ ਆਖਿਆ ਮੇਰਾ ਖਾਲਸਾ ਰਾਜਾ ਉਹ ਦੁਨੀਆ ਦਾ, ਇਹਦੇ ਹੁਕਮ ਆਪ ਹੀ ਜਾਰੀ ਹੋਣਗੇ। ਉਹ ਵਕਤ ਕਿਤੇ ਮਹਾਰਾਜ ਦੇਣਗੇ ਅੱਗੇ ਬੰਦਾ ਸਿੰਘ ਕੋਸੀ ਰਹੋ ਵਿਚਾਰ। ਤੇ ਗੁਰੂ ਨਾਨਕ ਸਾਹਿਬ ਦੇ ਫੁੱਟ ਪਾਤੀ ਘਰ 'ਚ ਲੋਕਾਂ ਨੇ, ਅੱਧਿਆਂ ਨੇ ਬਾਬੇ ਲਖਮੀ ਦਾਸ ਤੇ ਬਾਬੇ ਸ਼੍ਰੀ ਚੰਦ ਦੇ ਨਾਲ ਹੋ ਕੇ ਚੁੱਕਦਾ, ਕਹਿੰਦੇ ਗੱਦੀ ਤੇ ਤੁਹਾਡੀ ਆ। ਇਹ ਤੇ 7 ਸਾਲ ਸੇਵਾ ਕਰਕੇ ਪਤਾ ਨਹੀਂ ਕਿੱਥੋਂ ਆਇਆ ਬਾਬਾ ਲੈਣਾ ਤੇ ਲੈ ਚੱਲਿਆ ਜੇ। ਰੌਲਾ ਪਾਲੋ ਰੌਲਾ। ਕਈ ਬੰਦੇ ਹੁੰਦੇ ਚੁਗਲ, ਉਹ ਕੋਈ ਸਮਾਗਮ ਹੀ ਰੱਖਣਾ ਹੋਵੇ ਤੇ ਉਹ ਵਿੱਚ ਉਹ ਮਾਰ ਦਿੰਦੇ ਰੇਖ ਵੀ ਨਾ ਹੀ ਸਿਰੇ ਚੜੇ। ਕੋਈ ਵੀ ਕੰਮ ਗੁਰੂ ਘਰ ਦਾ ਕਰ ਲੋ, ਉਹਨਾਂ ਨੇ ਵਿੱਚ ਪੰਗਾ ਪਾਉਣਾ ਹੀ ਪਾਉਣਾ ਵੀ ਇਹ ਕੰਮ ਸਿਰੇ ਨਾ ਚੜੇ। ਵਿੱਚ ਉਹਨਾਂ ਨੇ ਰੌਲਾ ਪਾਤਾ ਵੀ ਇਹ ਨਾ ਹੋਵੇ ਵੀ ਬਾਬੇ ਲੈਣੇ ਨੂੰ ਗੱਦੀ ਮਿਲ ਜੇ। ਤੇ ਮਹਾਰਾਜ ਨੂੰ ਸਾਰੀ ਸੰਗਤ ਕਹਿੰਦੀ ਜੀ ਵੀ ਸੰਗਤ ਇਤਰਾਜ਼ ਕਰਦੀ ਆ ਵੀ ਤੁਸੀਂ ਇੱਕ ਸੇਵਾਦਾਰ ਨੂੰ ਤਖਤ ਦੇਣ ਚੱਲੇ ਆ, ਬੱਚੇ ਵੇਖ ਰਹੇ ਆ। ਤੇ ਮਹਾਰਾਜ ਕਹਿੰਦੇ ਵੀ ਜਿਹੜਾ ਲਾਇਕ ਆ ਉਹਨੂੰ ਹੀ ਦੇਣਾ। ਤੇ ਮਹਾਰਾਜ ਕਹਿੰਦੇ ਆਪਾਂ ਪਰਖ ਕਰ ਲੈਨੇ। ਸਾਰੀ ਸੰਗਤ ਏਦਾਂ ਬਿਠਾ ਲਈ ਤੇ ਮਹਾਰਾਜ ਦੀ ਖੇਡ ਸੀ। ਮਹਾਰਾਜ ਨੇ ਨਾ 1 ਟਕਾ ਆਪਣੇ ਹੱਥ ਤੇ ਰੱਖਿਆ, ਸਾਰੀ ਸੰਗਤ ਨੂੰ ਵਿਖਾ ਕੇ ਮੁੱਠ ਬੰਦ ਕਰਕੇ ਤੇ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਦਾਸੀ ਮਹਾਂਪੁਰਖ। ਹੁਣ ਮੌਜ ਹੀ ਉਹਨਾਂ ਕੀ ਕਰਨੇ ਸੀ, ਤਖਤ ਇੱਕ ਖੇਡ ਰਚਾਉਣੀ ਸੀ, ਸੇਵਕ ਦੀ ਸੇਵਾ ਦੀ ਵਡਿਆਈ। ਬਾਬਾ ਸ਼੍ਰੀ ਚੰਦ ਜੀ ਨੂੰ ਮਹਾਰਾਜ ਕਹਿੰਦੇ ਪੁੱਤਰ ਸਾਡੀ ਮੁੱਠ 'ਚ ਕੀ ਆ? ਹੱਸ ਕੇ ਬਾਬਾ ਸ਼੍ਰੀ ਚੰਦ ਕਹਿੰਦੇ ਜੀ ਇਹ ਵੀ ਪੁੱਛਣ ਵਾਲੀ ਗੱਲ ਵੀ ਸਾਰਿਆਂ ਦੇ ਸਾਹਮਣੇ ਤੇ ਤੁਸੀਂ ਟਕਾ ਵਿਖਾਇਆ ਵਾ ਤੇ ਮੁੱਠ 'ਚ ਟਕਾ ਹੀ ਆ। ਮਹਾਰਾਜ ਕਹਿੰਦੇ ਸ਼ਾਬਾਸ਼ ਬੇਟਾ ਤੁਸੀਂ ਬਹੁਤ ਸਿਆਣੇ ਹੋ, ਵਾਕਈ ਸਾਡੀ ਮੁੱਠ 'ਚ। ਬਾਬਾ ਲਖਮੀ ਦਾਸ ਜੀ ਨੂੰ ਫੇਰ ਮਹਾਰਾਜ ਕਹਿੰਦੇ ਬੁੱਝੋ ਸਾਡੀ ਮੁੱਠ 'ਚ ਕੀ ਆ? ਉਹ ਵੀ ਹੱਸ ਕੇ ਕਹਿੰਦੇ ਬਾਪੂ ਲੈ ਕਿੱਦਾਂ ਦੀਆਂ ਗੱਲਾਂ ਕਰਦਾ, ਇਹ ਤੇ ਸਾਰਿਆਂ ਨੂੰ ਪਤਾ ਤੇਰੀ ਮੁੱਠ ਦੇ ਵਿੱਚ ਆ ਗਈ ਵਾਰੀ ਬਾਬੇ ਲੈਣੇ ਦੀ। ਕਹਿੰਦੇ ਸੇਵਕ ਜੀ ਤੁਸੀਂ ਦੱਸੋ ਸਾਡੀ ਮੁੱਠ 'ਚ ਕੀ? ਹੁਣ ਸੰਗਤ ਸਾਰੀ ਗੁਰੂ ਘਰ ਆਉਂਦੀ ਆ, ਸਾਰੇ ਅਰਦਾਸਾਂ ਕਰਾਉਂਦੇ ਆ, ਹਰ ਕੋਈ ਇਦਾਂ ਕਰਦਾ, ਕਰਨੀ 'ਚ ਫਰਕ ਜੇ। ਹੁਣ ਧਿਆਨ ਦੇ ਕੇ ਸੁਣ ਲਿਓ, ਸਮਾਪਤੀ ਹੋ ਗਈ, ਟਾਈਮ ਹੋ ਗਿਆ। ਕਹਿੰਦੇ ਹਨ ਕਿ ਮਹਾਰਾਜ ਕਹਿੰਦੇ ਸਾਡੀ ਮੁੱਠ 'ਚ ਕੀ ਹੈ?
ਪਹਿਲਾਂ ਤੇ ਉਸ ਸੇਵਕ ਨੇ ਹੱਥ ਜੋੜੇ। ਉਹ ਪਹਿਲੇ ਹੱਸ ਕੇ ਕਹਿ ਕੇ ਗਿਆ ਟੀਚਰ ਕਰਕੇ, ਉਹ ਗੰਭੀਰ ਹੋਇਆ। ਗੰਭੀਰ ਹੋ ਕੇ ਨੇਤਰ ਭਰ ਕੇ ਹੱਥ ਜੋੜੇ। ਮਹਾਰਾਜ ਕਹਿੰਦੇ ਉਹਨਾਂ ਮਿੰਟ ਨਹੀਂ ਲਾਇਆ ਦੱਸਣ ਨੂੰ, ਬਾਬਾ ਤੂੰ ਇੰਨਾ ਚਿਰ ਲਾਤਾ ਹੀ। ਹੱਥ ਜੋੜ ਕੇ ਕਹਿੰਦਾ, ਦੁਨੀਆ ਦੇ ਮਾਲਕਾ ਮੇਰੀ ਕੀ ਔਕਾਤ ਹੈ, ਓਏ ਹੋਏ, ਮੈਂ ਤੇਰੀ ਮੁੱਠੀ ਨੂੰ ਬੁੱਝ ਸਕਾਂ, ਮੇਰੀ ਕੀ ਔਕਾਤ ਹੈ। ਮਹਾਰਾਜ ਕਹਿੰਦੇ ਪਰ ਹੁਣ ਸੰਗਤ ਬੈਠੀ ਹੈ ਨਾ, ਤੈਨੂੰ ਦੱਸਣਾ ਤੇ ਪੈਣਾ ਹੀ, ਏਦਾਂ ਨਹੀਂ ਸਰਨਾ। ਕੋਸ਼ਿਸ਼ ਕਰ, ਯਤਨ ਕਰ ਵੀ ਸਾਡੀ ਮੁੱਠੀ 'ਚ ਕੀ ਆ। ਸਾਰੀ ਸੰਗਤ ਹੈਰਾਨ ਸੀ, ਹੱਥ ਜੁੜ ਗਏ, ਨੇਤਰਾਂ 'ਚ ਜਾਲ ਆਇਆ। ਨਿਮਰਤਾ ਨਾਲ ਕਹਿੰਦੇ, ਬਾਬਾ ਨਾਨਕਾ ਤੇਰੀ ਮੁੱਠ ਦੇ ਵਿੱਚ 9 ਨਿਧੀਆਂ, 18 ਸਿੱਧੀਆਂ ਤੇ 4 ਪਦਾਰਥ, ਗਿਆਨ, ਭਗਤੀ, ਯੋਗ ਤੇ ਵਿਰਾਗ, ਇਹ ਸਾਰੇ ਸੰਸਾਰ ਦੀਆਂ ਬਖਸ਼ਿਸ਼ਾਂ ਤੇਰੀ ਮੁੱਠੀ ਦੇ ਵਿੱਚ ਹਨ। ਮਹਾਰਾਜ ਕਹਿੰਦੇ ਸੰਗਤੇ ਹੁਣ ਦੱਸੋ, ਅਸੀਂ ਐਵੇਂ ਨਹੀਂ ਤਖਤ ਤੇ ਬਹਾਉਣ ਲੱਗੇ। ਅੱਜ ਆਪਾਂ ਘਾਟੇ ਤਾਂ ਹੀ ਖਾਦੇ ਆ ਜੇ ਅੱਜ ਤੁਹਾਡਾ ਕੱਲਾ ਕੱਲਾ ਪੁੱਤਰ ਜਾ ਕੇ ਮਸੀਕੋ ਦੇ ਕੈਂਪ 'ਚ ਬੈਠਾ ਨਾ, ਤੁਹਾਡਾ ਸੰਸਕਾਰ ਕਰਨ ਵੀ ਹੋ ਸਕਦਾ ਗੁਸਤਾਖੀ ਮਾਫ ਕਰਿਓ ਨਾ ਆਇਆ ਜਾਵੇ। ਅੱਜ ਆਪਣੇ ਪੱਲੇ ਕੁਝ ਨਹੀਂ, ਇਹਦੇ ਜ਼ਿੰਮੇਵਾਰ ਤੁਸੀਂ ਆ। ਕਿਉਂਕਿ ਜਦੋਂ ਆਪਾਂ ਕੁਰਸੀ ਚੁਣਦੇ ਆ ਨਾ, ਆਪਾਂ ਵੇਖਦੇ ਨਹੀਂ ਗੂਠਾ ਲਾਉਣ ਲੱਗੇ। ਆਪਾਂ ਨਿੱਕੀ ਜੀ ਸ਼ਰਾਬ ਦੀ ਬੋਤਲ, ਥੋੜੀ ਜੀ ਫੀਮ, ਥੋੜੇ ਜਿਹੇ ਨਸ਼ੇ ਤੇ ਆਪਣਾ ਅੰਦਰ ਡੇਗ ਲੈਨੇ ਆ ਤੇ ਪਿਆਰਿਓ ਘਾਟੇ ਖਾਂਦੇ ਆ। ਬਾਬੇ ਨਾਨਕ ਨੂੰ ਪਤਾ ਸੀ ਵੀ ਇਹ ਗੁਰੂ ਨਾਨਕ ਦੀ ਗੱਦੀ ਹੈ, ਕਿਸੇ ਐਰੇ ਗੈਰੇ ਨੂੰ ਨਹੀਂ ਬਿਠਾਉਣਾ। ਵੀ ਜੇ ਉਹੋ ਜਿਹਾ ਮਰਜ਼ੀ ਬਿਠਾ ਦਿੰਦੇ। ਮਹਾਰਾਜ ਨੇ ਪਹਿਲਾਂ ਪਰਖ ਲਈਆਂ, ਕਿੰਨੀਆਂ ਪਰਖਾਂ ਤੋਂ ਬਾਅਦ ਸੰਗਤ ਦੀ ਤਸੱਲੀ ਹੋਈ, ਕਹਿੰਦੇ ਬਿਠਾ ਦਈਏ। ਫਿਰ ਸੰਗਤ ਨੇ ਜਕਾਰੇ ਛੱਡਤੇ, ਕਹਿੰਦੇ ਮਹਾਰਾਜ ਜੋਗ ਆ, ਬਿਠਾ ਦਿਓ, ਜੋਗ ਆ। ਤੇ ਉਸ ਵੇਲੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਉਹੋ ਹੀ ਹੈ, ਵੇਖਣ ਵਾਲੀ ਅੱਖ ਨਹੀਂ, ਉਹ ਤੇ ਤੇਥੋਂ ਦੂਰ ਨਹੀਂ, ਪਰ ਤੇਰਾ ਵੀ ਕਸੂਰ ਜਿੰਨਾ ਅੱਖਾਂ ਨਾਲ ਵੇਖਣਾ, ਉਹ ਤੇ ਵਿੱਚ ਨੂਰ ਨਹੀਂ। ਧੰਨ ਮੇਰੇ ਪਾਤਸ਼ਾਹ ਮਹਾਰਾਜ ਪਿਆਰ ਦੇ ਭੁੱਖੇ ਆ, ਪਿਆਰ ਦੇ। ਤੇ ਹਰ ਹਰ ਜਨ ਦੋਈ ਇੱਕ ਹੈ, ਆਪਣਾ ਰੂਪ ਤੇ ਉਹਦਾ ਇੱਕ ਕੀਤਾ। ਇਹਦੇ ਘਰ ਦੇ ਵਿੱਚ ਸਮਝ ਹੀ ਗਏ ਹੋਣਗੇ ਸਿੱਖਿਆ ਕਥਾ ਦੀ, ਇਹਦੇ ਘਰ ਦੇ ਵਿੱਚ ਨਿਮਰਤਾ ਪ੍ਰਵਾਨ ਹੈ, ਇਹਦੇ ਘਰ ਦੇ ਵਿੱਚ ਪਿਆਰ ਦੇ ਹੰਝੂ ਪ੍ਰਵਾਨ ਹੈ। ਗੁਰੂ ਸੇਵਕ ਨੂੰ ਪਿਆਰ ਕਰਦਾ ਹੈ। ਸੱਤਾ ਬਲਵੰਡਾ ਰਾਗੀ ਮਹਾਰਾਜ ਦੇ ਭਾਈ ਬਲਵੰਡ ਜੀ ਇੱਕ ਦਿਨ ਬੈਠੇ ਆਪਣਾ ਸਰੰਦਾ ਸਰਾਧ ਸੋਧ ਰਹੇ ਆ, ਸੁਰ ਕਰ ਰਹੇ, ਤੇ ਬਾਬਾ ਬੁੱਢਾ ਜੀ ਲਾਗੇ ਆ ਕੇ ਕਹਿੰਦੇ ਭਾਈ ਬਲਵੰਡ ਸ਼ਬਦ ਹੀ ਸੁਣਾ ਦੇ। ਉਹ ਕਿਤੇ ਤਪਿਆ ਉਹ ਮੇਰੇ ਨੂੰ, ਕਿਤੇ ਪ੍ਰੋਗਰਾਮ ਤੋਂ ਆਇਆ ਹੁਣ, ਭੇਟਾ ਨਹੀਂ ਹੋਣੀ ਆਪਕੋ ਸਤਨਾਮ। ਗੁੱਸੇ ਦੇ ਵਿੱਚ ਪ੍ਰੋਫੈਸਰ ਸਤਬੀਰ ਸਿੰਘ ਲਿਖਦੇ ਆ, ਉਹ ਕਹਿੰਦੇ ਬਾਬੇ ਬੁੱਢੇ ਨੇ ਪੱਲਾ ਪਾ ਕੇ ਆਖਿਆ ਬਲਵੰਡ ਅੱਜ ਠੰਡੀ ਠੰਡੀ ਹਵਾ ਵਗਦੀ, ਮੌਸਮ ਬੜਾ ਸੋਹਣਾ, ਕੋਈ ਸ਼ਬਦ ਸੁਣਾ। ਕਹਿੰਦਾ ਆ ਜਾਂਦਾ ਮੂੰਹ ਚੁੱਕ ਕੇ, ਤੈਨੂੰ ਕੋਈ ਕੰਮ ਕਰ ਨਹੀਂ, ਜਾ ਜਾ ਕੇ ਲਿੱਦ ਲੁੱਦ ਚੁੱਕ ਘੋੜਿਆਂ ਦੀ, ਜਾਂ ਗੋਆ ਗੋਆ ਚੁੱਕ ਕੇ ਮੱਝਾਂ ਮੁੱਝਾਂ ਚਾਰ, ਜੱਟ ਬੂਟ ਹੈਗਾ ਮੱਝਾਂ ਚਾਰਨ ਵਾਲਾ, ਤੈਨੂੰ ਮੈਂ ਰਾਗ ਸੁਣਾਵਾਂ। ਮਾਣ ਚ ਬੋਲਿਆ ਤੇ ਬਾਬਾ ਬੁੱਢਾ ਜੀ ਕਹਿੰਦੇ ਚਲੋ ਤੇਰੀ ਮਰਜ਼ੀ ਆ, ਨਹੀਂ ਸੁਣਾਉਣਾ ਤੇ ਅਸੀਂ ਤੇ ਫਿਰ ਹੈਗੇ ਹੀ ਇਦਾਂ ਦੇ, ਸਾਨੂੰ ਤੇ ਕੋਈ ਰਾਗ ਰੂਗ ਆਉਂਦਾ ਨਹੀਂ, ਅਸੀਂ ਤੇ ਫਿਰ ਗੋਹਾ ਹੀ ਸੁੱਟਣ ਵਾਲੇ। ਓਏ ਗੁਰੂ ਨਾਨਕ ਦੇ ਘਰ ਦਾ ਕੂੜਾ ਸੁੱਟਣ ਵਾਲੇ ਵੀ ਬਾਦਸ਼ਾਹ ਬਣ ਗਏ। ਇਹਨਾਂ ਕਹਿ ਕੇ ਬਾਬਾ ਜੀ ਚਲੇ ਗਏ। ਤੇ ਜਦੋਂ ਸ਼ਾਮਾਂ ਦਾ ਦੀਵਾਨ ਸੀ ਤੇ ਮਹਾਰਾਜ ਬੈਠੇ ਤੇ ਇਹ ਆਏ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਆਇਓ ਜ਼ਰੂਰ, ਅਸੀਂ ਨਵੀਂ ਚੀਜ਼ ਸੁਣਾਉਣੀ ਸੰਗਤ ਵਿੱਚ, ਨਵੀਂ ਰੀਤ ਰਾਗ ਜਿਹੜਾ ਉਹਦੇ ਵਿੱਚ ਕੀਰਤਨ ਕਰਨਾ ਵਾ। ਤੇ ਮਹਾਰਾਜ ਨਾਲ ਪਿਆਰ ਸੀ, ਅੱਜ ਵੀ ਮਹਾਰਾਜ ਕਰਦੇ ਆ। ਤੇ ਪਾਤਸ਼ਾਹ ਤੁਸੀਂ ਜ਼ਰੂਰ ਸੰਗਤ ਵਿੱਚ ਸਜਿਓ ਤੇ ਸਾਨੂੰ ਮਾਣ ਵੀ ਦਿਓ। ਤੇ ਮਹਾਰਾਜ ਦਿੰਦੇ ਵੀ ਬਹੁਤ ਮਾਣ ਸੀ। ਜਪਜੀ ਸਾਹਿਬ ਸੁਣਾਉਣ ਦਾ ਮਹਾਰਾਜ ਨੇ 1.25 ਲੱਖ ਰੁਪਈਆ ਸੋਨੇ ਦੀ ਕਾਠੀ ਪਾਈ। ਇਹ ਅੱਜ ਸ਼ਰਾਬ ਦੀ ਬੋਤਲ ਉਹ ਲਿਆਉਂਦੇ ਜਿਹੜੀ 3500 ਦੀ ਆ, ਪ੍ਰਾਹੁਣਿਆਂ ਨੂੰ ਖੁਸ਼ ਕਰਨ ਤੇ ਲੱਗੇ ਆ ਤੇ ਭੇਟਾਂ ਤੋਂ ਲੜ ਪੈਂਦੇ। 2001 ਦੀ 1100 ਭੇਟਾ ਚੱਲਣ ਦੀ, ਅੱਜ 2022 ਹੋ ਗਿਆ, 22 ਸਾਲ ਹੋ ਗਏ ਅਜੇ ਭੇਟਾ ਉੱਥੇ ਹੀ। ਬਾਕੀ ਕੰਮ ਸਾਰੇ ਤਰੱਕੀ ਕਰ ਲਈ ਹੈ। ਬਾਬਾ ਜੀ ਇਹਨੇ ਬਾਬਾ ਜੀ ਤੁਸੀਂ ਤੇ ਆਏ ਜਿਉ, ਤੇ ਕਹਿੰਦੇ ਜੀ ਗੁਰੂ ਸਾਹਿਬ ਤੁਸੀਂ ਆਇਓ, ਜਦੋਂ ਤੁਸੀਂ ਬੈਠੇ ਹੋਗੇ ਸਨਮਾਨ ਦਿਓ। ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੱਜ ਨਹੀਂ ਅਸੀਂ ਸੰਗਤ ਚ ਆਉਣਾ,
ਮਹਾਰਾਜ ਰੋਜ਼ ਆਉਂਦੇ ਸੀ। ਮਹਾਰਾਜ ਕਹਿੰਦੇ ਅੱਜ ਨਹੀਂ ਆਉਣਾ ਸੀ। ਮਹਾਰਾਜ ਕੀ ਹੋਇਆ? ਪਾਤਸ਼ਾਹ ਕਹਿੰਦੇ ਜਦੋਂ ਜੀ ਕਰਦਾ ਉਦੋਂ ਤੁਸੀਂ ਸੁਣਾਉਂਦੇ ਨਹੀਂ, ਹੁਣ ਜੀ ਨਹੀਂ ਕਰਦਾ ਤੇ ਹੁਣ ਸੁਣਾਉਂਦਾ। ਬਲਵੰਡ ਕਹਿੰਦੇ ਮਹਾਰਾਜ ਸਾਰਾ ਦਿਨ ਅਸੀਂ ਮਿਹਨਤ ਕੀਤੀ, ਇਹ ਸ਼ਬਦ ਕੱਢਿਆ ਵਾ, ਤੇ ਤੁਸੀਂ ਕਦੋਂ ਕਿਹਾ ਸੁਣਾਉਣ ਨੂੰ? ਮਹਾਰਾਜ ਕਹਿੰਦੇ ਜਦੋਂ ਤੇਰੇ ਕੋਲ ਆਏ ਹਾਂ, ਜਦੋਂ ਤੇਰੇ ਕੋਲ ਆਏ ਹਾਂ ਵੀ ਜੀ ਕਰਦਾ ਸੁਣਨ ਨੂੰ ਤੇ ਸੁਣਾ। ਤੂੰ ਆਖਿਆ ਤੂੰ ਜੱਟ ਬੂਟ ਹੈਗਾ, ਜਾਂ ਗੋਇਆ ਗੋਇਆ ਚੁੱਕ ਲਿੱਦ ਚੁੱਕ ਜਾ ਕੇ। ਕਹਿੰਦੇ ਜੀ ਉਹ ਤੇ ਬਾਬਾ ਬੁੱਢਾ ਜੀ। ਕਹਿੰਦੇ ਬਲਵੰਡ ਤੈਨੂੰ ਪਤਾ ਗੁਰੂ ਨਾਨਕ ਦੇ ਘਰ 'ਚ ਸਭ ਤੋਂ ਵੱਧ ਕੋਈ ਸਤਿਕਾਰੀ ਹੋਈ, ਕੋਈ ਪਿਆਰੀ ਕੋਈ ਆਤਮਾ ਹੈ ਤੇ ਕੁਤਬੀ ਸਤਾਰਾ ਬਾਬਾ ਬੁੱਢਾ ਹੈ। ਕਹਿੰਦੇ ਉਹਨਾਂ ਨੇ ਗਲਵੱਕੜੀ ਪਾ ਕੇ ਕੱਥੂ ਨੰਗਲ ਦੀ ਧਰਤੀ ਤੇ ਗੁਰੂ ਨਾਨਕ ਤੋਂ ਇਹ ਵਾਅਦਾ ਕਰਾਇਆ ਸੀ ਵੀ ਆਪਣੇ ਮੁਖ ਚੋਂ ਕਹਿ ਦਿਓ ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾ, ਤੇਰੇ ਮੇਰੇ 'ਚ ਕੋਈ ਅੰਤਰ ਨਹੀਂ, ਮੈਂ ਤੇਰੇ ਤੋਂ ਓਲੇ ਨਾ ਹਾਂ। ਤੇ ਬਾਬੇ ਨੇ ਆਖਿਆ ਜਾ ਬਾਬਾ ਬੁੱਢਿਆ ਗੁਰੂ ਤੇਰੇ ਤੋਂ ਕਦੇ ਓਲੇ ਨਹੀਂ ਹੋਊਗਾ। ਅਸੀਂ ਉਹਦੇ ਵਿੱਚ ਵਰਤ ਕੇ ਤੈਨੂੰ ਸੁਣਨ ਆਏ ਸੀ ਤੇ ਤੂੰ ਜਵਾਬ ਦੇਤਾ, ਇਸ ਕਰਕੇ ਅੱਜ ਨਹੀਂ ਤੈਨੂੰ ਸੁਣਨਾ, ਕੱਲ ਨੂੰ ਸੁਣਾਂਗੇ। ਬਲਵੰਡ ਜੀ ਨੇ ਮਾਫੀ ਮੰਗੀ। ਪ੍ਰੋਫੈਸਰ ਸਤਬੀਰ ਸਿੰਘ ਦੀ ਇਹ ਕਿਤਾਬ ਹੈ ਸਾਡਾ ਇਤਿਹਾਸ। ਬੜੇ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਹੈ। ਆਪ ਸੰਗਤਾਂ ਜੁੜਦੇ ਹੋ, ਗੋਬਿੰਦ ਭਾਓ ਭਗਤ ਦਾ ਭੁੱਖਾ। ਗੁਰੂ ਪਿਆਰ ਦਾ ਭੁੱਖਾ ਏ ਤੇ ਸਾਰੇ ਪਿਆਰ ਕਰਿਆ ਕਰੋ ਜੀ, ਸਮਾਂ ਤੇ ਰੁਕਦਾ ਹੀ ਨਹੀਂ ਹੈ। ਗੁਰੂ ਦੀਆਂ ਸਿਫਤਾਂ ਬਹੁਤ ਨੇ। ਜਿੱਥੋਂ ਵੀ ਚੱਲ ਕੇ ਆਏ ਹੋ, ਜਿਤਨੇ ਕਦਮ ਚੱਲੇ ਹੋ, ਸਤਿਗੁਰੂ ਤੁਹਾਡੇ ਕਦਮ ਲੈ ਕੇ ਆਓ। 2 ਮਿੰਟ ਸਾਰੇ ਮੀਂਹ ਵਰਖਾ ਕਰਿਓ, ਨੇਤਰ ਬੰਦ ਕਰਿਓ, ਤੁਸੀਂ ਬੋਲਣਾ ਪਿਆਰ ਨਾਲ, ਸਾਰੀ ਸੰਗਤ ਭਾਵਨਾ ਦੇ ਨਾਲ। ਵਾਹਿਗੁਰੂ ਵਾਹਿਗੁਰੂ
ਬਹੁਤ ਬਹੁਤ ਧੰਨਵਾਦ ਸੰਗਤ ਦਾ ਸੁਲੰਘਣਾ ਦੀ ਰੰਗ ਦੀ ਸੇਵਾ ਚੱਲ ਰਹੀ ਹੈ। ਜੇ ਕਿਸੇ ਰੂਹ ਨੇ ਕੋਈ ਇੱਕ ਬਾਲ ਦੀ ਦੋ ਬਾਲ ਦੀ ਜਿੰਨੀ ਵੀ ਭਾਵਨਾ ਕਰਨੀ ਹੋਵੇ ਔਰ ਇਸੇ ਤਰ੍ਹਾਂ ਇੱਕ ਦੋ ਕੂਲਰਾਂ ਦੀ ਜ਼ਰੂਰਤ ਹੈ ਕਿਉਂਕਿ ਬਾਹਰ ਬੇਅੰਤ ਸੰਗਤਾਂ ਨੇ ਗਰਮੀ ਬਹੁਤ ਹੈ। ਤੋ ਇਸ ਕਰਕੇ ਜੇ ਕਿਸੇ ਦੀ ਭਾਵਨਾ ਹੋਵੇ ਭਾਈ ਸੇਵਾ ਦੀ ਔਰ ਸਾਡੇ ਭਾਈ ਸਾਹਿਬ ਜੀ ਭਾਈ ਮਨਮੋਹਨ ਸਿੰਘ ਜੀ ਸੈਕਟਰੀ ਸਾਹਿਬ ਜੋ ਸ਼ਬੀਲ ਦੇ ਵੀ ਸੇਵਾ ਨਿਭਾਉਂਦੇ ਨੇ ਉਹਨਾਂ ਦਾ ਮੋਬਾਈਲ ਕੱਲ੍ਹ ਗਵਾਚ ਗਿਆ ਤੇ ਭਾਈ ਜੀ ਕਿਸੇ ਨੂੰ ਵੀ ਮਿਲਿਆ ਹੋਵੇ ਇਹ ਕਿਰਪਾ ਕਰਕੇ ਦੇ ਦਿਓ ਗੁਪਤ ਰੂਪ ਵਿੱਚ ਦੇ ਦਿਓ। ਅਸੀਂ ਨਾਲ ਨਹੀਂ ਲਵਾਂਗੇ ਇਹ ਤੁਹਾਨੂੰ ਮਾਣ ਸਤਿਕਾਰ ਵੀ ਦੇਵਾਂਗੇ ਕਿਉਂਕਿ ਗੁਰੂ ਦੇ ਘਰ 'ਚ ਕੋਈ ਜੁੜਿਆ ਹੁੰਦਾ ਉਹਦਾ ਅੰਦਰ ਟੁੱਟ ਜਾਂਦਾ। ਗੱਲ ਤੇ ਕੋਈ ਵੀ ਨਹੀਂ ਇਸ ਕਰਕੇ ਮਹਾਰਾਜ ਕਰੇ ਜੇ ਕਿਸੇ ਨੂੰ ਵੀ ਭੈਣ ਭਰਾ ਨੂੰ ਨਾ ਜੀ ਦਾ ਮਿਲੇ ਤੇ ਜ਼ਰੂਰ ਦੇ ਦਿਓ ਭਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਤਰਾ ਸਫਲ ਕਰਨ ਨੂੰ ਬੋਲਿਆ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ